ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। जिसमें है अमृत ज्ञान है मानक भगत वैराग। श्री गुरु ग्रंथ साहिब उद्धत बंदों कर अनुराग। खालसो होवे खुद खुदा जिम खूबी खूब खुदाए। आन न मानै आन की एक सच्चे बिन पातशाही। एक हरि दास रूप गुर ग्रंथ पंथ को बंद। ग्रंथ पंथ प्रकाश जह अब बरनो सुख कंद। ग्रंथ पंथ प्रकाश जह अब बरनो सुख कंद। वाहिगुरु जी का खालसा वाहिगुरु जी की फतेह। गुरु गरीब नवाज चबर तखत दे मालिक जुगो जुग टल दसां पातशाहियां दी आत्मक जोत। धन धन श्री गुरु ग्रंथ साहिब सच्चे पातशाह जी। सतगुरु जी दी अति अपार कृपा रहमत बख्शिश हुई है। गुरु महाराज जी ने जो शाम दा समय है सत्संग दीयां घड़ियां बख्शिश कीतियां हन। वड भागी माई भाई जो गुरु साहिबान गुरु के पंथ खालसे का इतिहास कथा शुरू की है। जो लड़ी तहत आपां इस समय श्री गुरु पंथ प्रकाश ज्ञानी ज्ञान सिंह जी दे ये महान इतिहासक रचना इहदी कथा लड़ीवार सरवण कर रहे हो। गुरु नानक देव जी पातशाह महाराज जी का जो जीवन इतिहास है वो संखेप आपां नूं दे रहे हन। क्योंकि उन्हें कह भी दिता है भाई जे बहुता विस्तार नाल इतिहास पढ़ना है वो कविराज भाई संतोख सिंह जी की लिखत श्री गुरु नानक प्रकाश नूं पढ़ लेना। इत्थे वो संखेप दे रहे ने ते कुछ ऐसा भी है कि कुछ नवां भी अपने वल्लों वो पक्ष विचार चर्चावां दे रहे है। कल आपां इत्थे तक विचार के सतगुरु सच्चे पातशाह महाराज वख-वख जगह भरथरी नूं जिवें उपदेश दिता उपरंत कोई चंद्रमा नूं मनण वाले है, कोई अग्नि नूं पूजण वाले है, कोई सूरज नूं मनण वाले है। सब नूं सतगुरु जी ने उपदेश दिता। आओ हुण महाराज उस जगह ते पहुंचे है जिन्हों गुरमुखों आपां संगला दीप कहने हाँ, अजकल श्रीलंका कहा जाता है। ये संखेप होर नाल कुछ इतिहास वो आ रहा है। प्यार ते सत्कार दे नाल सरवण करिए। सतनाम श्री वाहिगुरु साहिब जी। चौपई जह सुन उन पुन लिए उपदेशु।
ਇਹ ਸੁਣ ਕੇ ਜਿਹੜੇ ਸੂਰਜ ਨੂੰ ਮੰਨਣ ਵਾਲੇ ਸਨ ਉਹਨਾਂ ਨੇ ਫਿਰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਲਿਆ। ਸਤਿਨਾਮ ਟਾਰਕ ਕਾਲੇਸੂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਸੱਚ ਨਾਮ ਵਾਹਿਗੁਰੂ ਨਾਮ ਦਾ ਸਤਿਨਾਮ ਵਾਹਿਗੁਰੂ ਜੋ ਪਰਮੇਸ਼ਰ ਦਾ ਸੱਚਾ ਨਾਮ ਹੈ ਉਹਦਾ ਉਪਦੇਸ਼ ਦਿੱਤਾ, ਜੋ ਭਾਈ ਟਾਰਕ ਕਾਲੇਸੂ, ਜੋ ਕਲੇਸ਼ਾਂ ਨੂੰ ਦੁੱਖਾਂ ਤੇ ਤਕਲੀਫਾਂ ਨੂੰ ਟਾਰਨ ਵਾਲਾ ਦੂਤ ਕਰਨ ਵਾਲਾ ਹੈ। ਗੁਰ ਚੱਲ ਸੇਤ ਬੰਦ ਪਰ ਗਏ। ਇਥੋਂ ਫਿਰ ਸਤਿਗੁਰੂ ਪਾਤਸ਼ਾਹ ਚੱਲੇ ਨੇ ਅੱਗੇ ਸੇਤ ਬੰਦ ਪਰ ਗਏ। ਜੋ ਭਗਵਾਨ ਰਾਮਚੰਦਰ ਜੀ ਨੇ ਲੰਕਾ ਨੂੰ ਜਾਣ ਵਾਸਤੇ ਜਿਹੜਾ ਭਾਈ ਸਮੁੰਦਰ ਤੇ ਪੁਲ ਬੰਨਿਆ ਉਸ ਨੂੰ ਸੇਤ ਬੰਦ ਕਿਹਾ। ਸੇਤ ਪੁਲ ਦਾ ਨਾਂ ਹੈ। ਉੱਥੇ ਪਰ ਪਹੁੰਚੇ ਹਨ ਸੇਤੂ ਪੁਲ ਪਰ। ਰਾਮਨਾਥ ਪੁਲ ਦੇਖਤ ਭਏ। ਜੋ ਰਾਮਨਾਥ ਰਾਮ ਦਾ ਜੋ ਬੱਧਿਆ ਹੋਇਆ ਪੁਲ ਹੈ, ਨਾਥ ਕਹੀਏ ਮਾਲਕ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਹ ਰਾਮਚੰਦਰ ਜੀ ਦਾ ਬੰਨਿਆ ਹੋਇਆ ਪੁਲ ਵੇਖਿਆ। ਪੁਲ ਬੰਧਤ ਕੀ ਗਾਥ ਮਰਦਾਨੇ। ਤੇ ਇਹ ਪੁਲ ਕਿਵੇਂ ਬੱਧਿਆ, ਇਹਦੀ ਜਿਹੜੀ ਕਥਾ ਹੈ ਉਹ ਭਾਈ ਮਰਦਾਨੇ ਨੇ ਬੂਝੀ ਜੋ ਗੁਰ ਕਰੀ ਬਖਾਨੇ। ਗੁਰੂ ਮਹਾਰਾਜ ਜੀ ਨੂੰ ਪੁੱਛਣਾ ਕੀਤੀ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਭਾਈ ਇਸ ਤਰ੍ਹਾਂ ਭਾਈ ਮਰਦਾਨੇ ਨੂੰ ਫਿਰੇ ਦੱਸੀ। ਭੂਪਤ ਦਸਰਤ ਅਜ ਸੁਤ ਭਇਓ। ਮਹਾਰਾਜ ਕਹਿੰਦੇ ਭਾਈ ਮਰਦਾਨਿਆ, ਇੱਕ ਰਾਜਾ ਅਜ ਹੋਇਆ। ਰਾਜੇ ਅਜ ਦਾ ਪੁੱਤਰ ਰਾਜਾ ਦਸਰਤ ਹੋਇਆ। ਰਾਮਚੰਦ ਤਾਕੇ ਘਰ ਜਇਓ। ਉਸ ਰਾਜੇ ਦਸਰਤ ਦੇ ਘਰ ਰਾਮਚੰਦਰ ਜੀ ਅਵਤਾਰ ਪੈਦਾ ਹੋਏ। ਰਾਜ ਰਿਖੀ ਤੈ ਸ਼ਸਤਰ ਵਿਦਿਆ। ਫਿਰ ਜਿਹੜਾ ਮੁੱਖ ਰਾਜ ਦਾ ਰਿਖੀ ਸੀ ਵਿਸ਼ਵਾਮਿੱਤਰ, ਉਸ ਤੋਂ ਸ਼ਸਤਰ ਵਿਦਿਆ ਜਿਹੜੀ ਹੈ ਉਹ ਭਗਵਾਨ ਰਾਮ ਜੀ ਨੇ ਲਈ ਹੈ। ਮਨ ਵਸਿਸ਼ਟ ਤੈ ਬ੍ਰਹਮ ਸੁਵਿਦਿਆ। ਫਿਰ ਵਸਿਸ਼ਟ ਮੁਨੀ ਜੀ ਤੋਂ ਬ੍ਰਹਮ ਵਿਦਿਆ ਦੀ ਪ੍ਰਾਪਤੀ ਕੀਤੀ। ਪਾਏ ਭਇਓ ਪੂਰਨ ਗੁਣ ਵਾਹੀ। ਇਸ ਤਰ੍ਹਾਂ ਇਹ ਵਿਦਿਆ ਪਾ ਕਰਕੇ ਉਹ ਭਗਵਾਨ ਰਾਮ ਜੀ ਪੂਰਨ ਗੁਣਾ ਵਾਲੇ ਹੋ ਗਏ। ਧਨੁਖ ਤੋਰ ਸੀਤਾ ਪੁਨ ਵਿਆਹੀ। ਫਿਰ ਧਨੁਖ ਨੂੰ ਤੋੜ ਕਰਕੇ ਸੀਤਾ ਨੂੰ ਵਿਆਹ ਕਰਕੇ ਲਿਆਏ। ਰਾਜ ਇਨੈ ਨ੍ਰਿਪ ਦੀਏ ਚਹ ਜਬੈ। ਜਦੋਂ ਦਸ਼ਰਥ ਰਾਜੇ ਨੇ ਆਪਣੇ ਪੁੱਤਰ ਰਾਮ ਨੂੰ ਰਾਜ ਦੇਣਾ ਚਾਹਿਆ ਕਿ ਕਈ ਦੂਤੀ ਮਾਤ ਤੇ ਤਬੈ, ਤਾਂ ਇਹਦੀ ਦੂਸਰੀ ਮਤਰੇਈ ਮਾਂ ਸੀ ਕਿ ਕਈ। ਉਸ ਸਮੇਂ ਉਸਨੇ ਨਿਜ ਸੁਤ ਭਰਤ ਤਈ ਦੀਏ ਰਾਜੂ। ਆਪਣੇ ਪੁੱਤਰ ਭਰਤ ਨੂੰ ਰਾਜ ਦਿਵਾਇਆ ਕਿ ਮੇਰਾ ਪੁੱਤਰ ਰਾਜਾ ਬਣਨਾ ਚਾਹੀਦਾ ਹੈ। ਰਾਮ ਮਹਿ ਬਨ ਦੀਏ ਕੀਆ ਕੋ ਕਾਜੂ। ਔਰ ਰਾਮਚੰਦਰ ਜੀ ਨੂੰ ਬਨਵਾਸ ਭੇਜ ਕੇ ਉਸਨੇ ਕੁਕਾਜ ਕੀਤਾ, ਮਾੜਾ ਕਰਮ ਕੀਤਾ। ਭੂਪਤ ਹੁਤੋ ਤਾਹੇ ਆਧੀਨਾ। ਜਿਹੜਾ ਰਾਜਾ ਸੀ ਉਸ ਸਮੇਂ ਤਾਹੇ ਕਹੀਏ ਕਿ ਕਈ ਦੇ ਅਧੀਨ ਸੀ। ਤਾਂ ਤੇ ਕੋ ਕਾਜ ਜਹ ਕੀਨਾ। ਇਸ ਕਰਕੇ ਉਹਨੇ ਆਪਣੀ ਪਤਨੀ ਕਈ ਦੇ ਆਖੇ ਲੱਗ ਕੇ ਆਪਣੇ ਪੁੱਤਰ ਰਾਮਚੰਦਰ ਜੀ ਨੂੰ ਬਨਵਾਸ ਦਿੱਤਾ। ਇਹ ਮਾੜਾ ਕਰਮ ਕੁਕਾਜ ਕੀਤਾ। ਸੀਤਾ ਸੰਗ ਰਾਮ ਕੇ ਆਈ। ਤੋ ਰਾਮਚੰਦਰ ਜੀ ਦੀ ਧਰਮ ਪਤਨੀ
ਸੀਤਾ ਮਾਤਾ ਵੀ ਉਸ ਦੇ ਨਾਲ ਆਈ। ਬਨ ਮੈਂ ਰਾਵਣ ਸੋ ਚੁਰਾਈ। ਤੇ ਜੰਗਲ ਵਿੱਚੋਂ ਸੀਤਾ ਨੂੰ ਰਾਵਣ ਚੁਰਾ ਕੇ ਲੈ ਗਿਆ। ਕਸ ਕਿੱਧਾ ਪਤ ਨ੍ਰਿਪ ਸੋ ਗਰੀਵੈ। ਕਸ ਕਿੰਦਾ ਪਤ, ਕਸ ਕਿੰਦਾ ਸ਼ਹਿਰ ਦਾ ਪਤੀ ਰਾਜਾ ਸੀ ਉਸ ਸਮੇਂ। ਸੋ ਗਰੀਬ ਸੰਗ ਦੋਸਤੀ ਰਾਮ ਕਰੀਵੈ। ਉਹ ਕਸਕਿੰਦਾ ਦੇ ਰਾਜੇ ਸੁਗਰੀਵ ਨੇ ਰਾਮਚੰਦਰ ਜੀ ਦੇ ਨਾਲ ਦੋਸਤੀ ਕੀਤੀ। ਤਾਂ ਕਾ ਦਲ ਲੈ ਕੇ ਨਿਜ ਸੰਗੈ। ਤੋ ਭਗਵਾਨ ਰਾਮ ਜੀ ਫਿਰ ਉਸ ਸੁਗਰੀਵ ਦਾ ਫੌਜ ਦਲ ਲੈ ਕਰਕੇ ਆਪਣੇ ਨਾਲ ਰਾਵਣ ਹਰਨੇ ਹੇਤ ਉਤੰਗੈ। ਰਾਵਣ ਨੂੰ ਹਰਨ ਭਾਵ ਖਤਮ ਕਰਨ ਦੇ ਵਾਸਤੇ ਜੋ ਉੱਚਾ ਬੰਧਿਓ ਸੇਤ ਸਿੰਧ ਪਰ ਆਈ। ਇਹ ਉੱਚਾ ਪੁਲ ਬੰਨਿਆ ਇਹ ਸਮੁੰਦਰ ਦੇ ਭਰਾ ਕਰਕੇ। ਥਾਪਿਓ ਸ਼ਿਵਲਿੰਗ ਇਹੋ ਤਦਾਈ। ਤੇ ਫਿਰ ਇੱਥੇ ਸ਼ਿਵਲਿੰਗ ਦੀ ਸਥਾਪਨਾ ਕਰ ਦਿੱਤੀ। ਰਾਵਣ ਮਾਰ ਸੀਆ ਕੋ ਲੈ ਕੇ। ਔਰ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਸੀਤਾ ਨੂੰ ਲੈ ਕਰਕੇ ਕੀਨੋ ਰਾਜ ਅਯੁੱਧਿਆ ਜੈ ਕੈ। ਵਾਪਸ ਅਯੁੱਧਿਆ ਨਗਰੀ ਜਾ ਕੇ ਰਾਜ ਕੀਤਾ। ਰਸਾਵਲ ਛੰਦ ਗਾਥ ਸਾਥ ਹਿਤ ਗਾਏ। ਫੇਰ ਦਿਸ ਔਰ ਪਿਆਨੇ। ਇਸ ਤਰ੍ਹਾਂ ਭਾਈ ਮਰਦਾਨੇ ਨੂੰ ਇਹ ਕਥਾ ਕਹਿੰਦੇ ਹੋਏ ਫੇਰ ਦਿਸ ਔਰ ਪਿਆਨੇ। ਫਿਰ ਮਹਾਰਾਜ ਜੀ ਇਸ ਦਿਸ਼ਾ ਵੱਲ ਨੂੰ ਚੱਲ ਪਏ ਹਨ। ਪਾਰ ਸਿੰਧ ਤੈ ਹੋਏ ਸੰਗਲਾ ਦੀਪ ਸਿਧਾਨੇ। ਤੇ ਮਹਾਰਾਜ ਸਮੁੰਦਰ ਪਾਰ ਹੋ ਕੇ ਸੰਗਲਾ ਦੀਪ ਚਲੇ ਗਏ। ਬਾਗ ਨ੍ਰਿਪ ਕਾ ਕਰਾ ਹਰਾ ਥਾ ਪਰਾ ਸੁਕਾਨਾ। ਉਥੋਂ ਦਾ ਰਾਜਾ ਸ਼ਿਵਨਾਭ ਉਹਦਾ ਬਾਗ ਹਰਾ ਭਰਾ ਹੋਇਆ ਜਿਹੜਾ ਪਹਿਲਾਂ ਸੁੱਕਾ ਪਿਆ ਸੀ। ਸੁਨ ਰਾਜਾ ਸ਼ਿਵਨਾਭ ਆਏ ਚਰਨੀ ਲਪਟਾਨਾ। ਤਾਂ ਇਹ ਸੁਣ ਕਰਕੇ ਰਾਜਾ ਸ਼ਿਵਨਾਭ ਗੁਰੂ ਸਾਹਿਬ ਜੀ ਦੇ ਆ ਕੇ ਚਰਨੀ ਲਿਪਟ ਗਿਆ। ਪੁਨ ਰਾਣੀ ਆ ਕਰੀ ਅਰਜ ਨ੍ਰਿਪ ਮਮ ਬਸ ਹੋਈ। ਫਿਰ ਜਿਹੜੀ ਰਾਣੀ ਹੈ ਉਸ ਨੇ ਜਿਹੜਾ ਹੈ ਆ ਕੇ ਬੇਨਤੀ ਕੀਤੀ। ਨ੍ਰਿਪ ਮਮ ਬਸ ਹੋਈ ਕਿ ਰਾਜਾ ਜਿਹੜਾ ਹੈ ਇਹ ਮੇਰੇ ਬਸ ਵਿੱਚ ਹੋ ਜਾਵੇ। ਜੰਤਰ ਮੰਤਰ ਕਰ ਦੇਹੋ ਯਾਹੇ ਪਰ ਗੁਰ ਰਬ ਗੋਈ। ਕਹਿਣ ਲੱਗੀ ਮਹਾਰਾਜ ਕੋਈ ਜੰਤਰ ਮੰਤਰ ਕਰਕੇ ਦੇਵੋ ਜਿਹਦੇ ਨਾਲ ਜਿਸ ਕਰਕੇ ਫਿਰ ਗੁਰੂ ਸਾਹਿਬ ਜੀ ਨੇ ਇਹ ਬਾਣੀ ਕਹੀ ਬਚਨ ਕਹੇ। ਬਾਬਾ ਫਰੀਦ ਜੀ ਦੇ ਉਹ ਸ਼ਬਦ ਸ਼ਲੋਕ ਜਿਹੜੇ ਹਨ ਉਹ ਫਿਰ ਇੱਥੇ ਕਵੀ ਜੀ ਨੇ ਗਿਆਨੀ ਗਿਆਨ ਸਿੰਘ ਜੀ ਨੇ ਦਰਜ ਕੀਤੇ ਨੇ ਕਿ ਮਹਾਰਾਜ ਨੇ ਭਾਈ ਇਸ ਤਰ੍ਹਾਂ ਦਾ ਉਪਦੇਸ਼ ਦਿੱਤਾ। ਭਾਵ ਮਹਾਰਾਜ ਨੇ ਜਿਹੜੀ ਸਿੱਖਿਆ ਦਿੱਤੀ ਉਸ ਪ੍ਰਥਾਏ ਗਿਆਨੀ ਗਿਆਨ ਸਿੰਘ ਜੀ ਨੇ ਫਿਰ ਨਾਲ ਆਪਣੇ ਕੋਲੋਂ ਗੁਰਬਾਣੀ ਦੇ ਇਹ ਇੱਕ ਸ਼ਲੋਕ ਵੀ ਦਰਜ ਕਰਤਾ। ਭਾਈ ਇਹ ਗੱਲ ਬਾਣੀ 'ਚ ਵੀ ਲਿਖੀ ਹੈ ਜੋ ਮਹਾਰਾਜ ਨੇ ਉੱਥੇ ਉਪਦੇਸ਼ ਦਿੱਤਾ। ਉਹ ਬਾਬਾ ਫਰੀਦ ਜੀ ਵੀ ਇਸ ਤਰ੍ਹਾਂ ਕਹਿੰਦੇ ਹਨ। ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ। ਕੀ ਮਹਾਰਾਜ ਨੇ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ ਨਿਵਣ ਸੋ ਅੱਖਰ ਨਿਉ ਕੇ ਚੱਲਣਾ ਇਹ ਸਭ ਤੋਂ ਚੰਗਾ ਅੱਖਰ ਹੈ ਜੰਤਰ ਹੈ। ਖਵਣ ਗੁਣ ਕੌੜੇ ਬਚਨਾਂ ਨੂੰ ਵੀ ਸਹਾਰਨਾ ਖਿਮਾ ਦਾ ਰੂਪ ਆ ਜਾਣਾ ਇਹ ਟੂਣਾ ਹੈ। ਜਿਹਵਾ ਮਣੀਆਂ ਮੰਤ ਜ਼ਬਾਨ ਨਾਲ ਮਿੱਠੇ ਪਿਆਰ ਦੇ ਮਣੀਆਂ ਵਰਗੇ ਜਿਹੜੇ ਕੀਮਤੀ ਬਚਨ ਮੰਤਰ ਇਹ ਜਾਣੂ ਬੋਲਣਾ ਇਹੀ ਮੰਤਰ ਹੈ।
ਏ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਬਾਬਾ ਫਰੀਦ ਜੀ ਕਹਿੰਦੇ, ਹੇ ਭੈਣੇ, ਇਹ ਤਿੰਨ ਜਿਹੜੇ ਹੈ ਨਾ, ਵੇਸ ਧਾਰਨ ਕਰ ਲੈ, ਨਿਮਰਤਾ, ਖਿਮਾ ਤੇ ਮਿੱਠ ਬੋਲਣਾ। ਇਹ ਤ੍ਰੈ ਵੇਸ ਕਰ ਲੈ ਤਾਂ ਤੇਰੇ ਕੰਤ ਵਸ ਵਿੱਚ ਆਵੇਗਾ। ਤੋ ਮਹਾਰਾਜ ਨੇ ਇਹ ਉਪਦੇਸ਼ ਉੱਥੇ ਦਿੱਤਾ, ਇੱਕ ਤਾਂ ਆਪਣੇ ਅੰਦਰ ਨਿਮਰਤਾ, ਇੱਕ ਖਿਮਾ ਤੇ ਇੱਕ ਮਿੱਠ ਬੋਲਣਾ। ਇਸ ਤਰ੍ਹਾਂ ਤੂੰ ਆਪਣੇ ਪਤੀ ਨਾਲ ਰਹੇਂਗੀ, ਪਤੀ ਤੇਰੇ ਵਸ ਰਹੇਗਾ। ਰਾਜਾ ਰਾਣੀ ਤਈ ਸਿੱਖ ਕਰ, ਅਗਰ ਸਿਧਾਈ। ਤੂੰ ਰਾਜੇ ਔਰ ਰਾਣੀ ਤਈ ਸਿੱਖ ਕਰਕੇ, ਭਾਵ ਸਿੱਖਿਆ ਦੇ ਕਰਕੇ। ਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਇਥੋਂ ਅੱਗੇ ਸਿਧਾਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਿੱਖਿਆ ਦਿੱਤੀ, ਇੰਨਾ ਹੀ ਸੰਖੇਪ ਦਿੱਤਾ ਹੈ। ਗਿਆਨੀ ਗਿਆਨ ਸਿੰਘ ਜੀ ਨੇ ਇੱਕ ਲਿਖਤ ਵਿੱਚ, ਲੰਕਾਗੜ੍ਹ ਦੇਖਿਓ ਪੁਨ ਜਾਈ, ਮਿਲਿਓ ਲੰਕਪਤ ਗੁਰ ਕੋ ਆਈ। ਸਰਬ ਸ਼ਕਤ ਗੁਰ ਜੁਤ ਗੁਰ ਉਨਹੇਰੇ, ਸੇਵਾ ਕੀਨੀ ਤਾਹੇ ਵਧੇਰੇ। ਗਾਥਾ ਉਸ ਦੇਮ ਕੀ ਸਾਰੀ, ਤਵਾਰੀਖ ਮੈਂ ਹਮੇ ਉਚਾਰੀ। ਭਾਵ ਗਿਆਨੀ ਗਿਆਨ ਸਿੰਘ ਜੀ ਕਹਿੰਦੇ, ਭਾਈ ਉਹ ਸਾਰੀ ਜਿਹੜੀ ਤਵਾਰੀ ਗੁਰੂ ਖਾਲਸਾ, ਉਹਦੇ ਵਿੱਚ ਵੀ ਅਸੀਂ ਇਹ ਸਾਰੀ ਕਥਾ ਲਿਖੀ ਹੈ। ਗਿਆਨੀ ਗਿਆਨ ਸਿੰਘ ਜੀ ਨੇ ਕਈ ਗ੍ਰੰਥ ਲਿਖੇ ਆ, ਜਿਵੇਂ ਕਾਵ ਦੇ ਵਿੱਚ ਨੇ, ਦੂਜੇ ਸਾਖੀਆਂ ਵਿੱਚ ਵੀ ਹੈ। ਸਮੇਂ ਸਮੇਂ ਨਾਲ ਆਪਾਂ ਹੌਲੀ ਹੌਲੀ ਜਿਵੇਂ ਜਿਵੇਂ ਮਹਾਰਾਜ ਸਮਾਂ ਬਖਸ਼ਦਾ ਹੈ, ਸ਼ਾਮ ਦੇ ਸਮੇਂ ਆਪਾਂ ਇਤਿਹਾਸ ਦਾ ਜਿਹੜਾ ਪੱਖ ਹੈ ਉਹ ਸਤਸੰਗ ਹੁੰਦਾ ਰਹਿੰਦਾ, ਨਾਲੇ ਗੁਰੂ ਕਾ ਇਤਿਹਾਸ ਹੈ ਉਹ ਆਪਾਂ ਜਿਉਂ-ਜਿਉਂ, ਬਹੁਤ ਪੁਰਾਣੇ ਗ੍ਰੰਥ ਨੇ ਇਹ, ਉਹ ਆਪਾਂ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰਦੇ ਜਾਵਾਂਗੇ। ਭਾਵ ਕੀ ਹੈ, ਕਿਉਂਕਿ ਸੰਖੇਪ ਦਿੱਤਾ, ਬੜੀ ਲੰਮੀ ਚਰਚਾ ਭਾਈ ਸੰਤੋਖ ਸਿੰਘ ਜੀ ਨੇ ਕਿਵੇਂ ਕਿ ਯੋਗ ਦਾ ਵੀ ਉਪਦੇਸ਼ ਦਿੱਤਾ, ਸਾਰਾ ਵਿਦਾਂਤ ਦਾ ਵੀ ਉਪਦੇਸ਼ ਦਿੱਤਾ ਸੀ ਸ਼ਿਵ ਨਾਮ ਰਾਜੇ ਨੂੰ। ਇਹ ਗੁਰਮਤ ਦਾ ਪੱਖ ਕੀ ਹੈ ਫਿਰ ਉਹ ਵੀ ਸਮਝਾਇਆ ਸੀ। ਉਹ ਕਾਫੀ ਲੰਮੇਰੀ ਕਈ ਦਿਨਾਂ ਦੀ ਕਥਾ ਹੈ ਸੰਗਲਾਦੀਪ ਦੀ, ਤੇ ਉਹ ਸਾਰੀ ਜਿਹੜੀ ਪ੍ਰਾਣ ਸੰਗਲੀ ਲਿਖ ਕੇ ਦਿੱਤੀ ਉਹ ਵੀ ਸਾਰਾ ਜ਼ਿਕਰ ਕੀਤਾ। ਤੋ ਇੱਥੇ ਗਿਆਨੀ ਗਿਆਨ ਸਿੰਘ ਜੀ ਨੇ ਇੰਨਾ ਹੀ ਸੰਕੇਤ ਦਿੱਤਾ, ਰਾਜਾ ਰਾਣੀ ਤਈ ਸਿੱਖ ਕਰ ਅਗਰ ਸਦਾਏ। ਰਾਜੇ ਔਰ ਰਾਣੀ ਤਾਈ ਸਿੱਖ ਬਣਾ ਕਰਕੇ ਮਹਾਰਾਜ ਅੱਗੇ ਚੱਲੇ। ਕਰ ਬਹੁ ਰਾਜੇ ਸਿੱਖ ਧਰਮ ਉਪਦੇਸ਼ ਦਿੜਾਏ। ਬਹੁਤ ਭਾਈ ਰਾਜਿਆਂ ਨੂੰ ਵੀ ਮਹਾਰਾਜ ਨੇ ਸਿੱਖ ਬਣਾਇਆ, ਧਰਮ ਦਾ ਉਪਦੇਸ਼ ਦ੍ਰਿੜ ਕਰਵਾਇਆ ਗੁਰੂ ਸਾਹਿਬ ਨੇ। ਝੰਡੇ ਬਾਢੀ ਕੋ ਮਹੰਤ ਥਾਪਿਓ ਤੈਨ ਕੇਰੋ। ਫਿਰ ਮਹਾਰਾਜ ਨੇ ਦੇਖੋ ਝੰਡੇ ਬਾਢੀ ਨੂੰ ਵੀ ਗਰੀਬ ਨਵਾਜ ਪਾਤਸ਼ਾਹ ਨੇ ਸਿੱਖ ਬਣਾਇਆ। ਜਿੱਥੇ ਇਹ ਆਪਾਂ ਕਥਾ ਵੀ ਸੁਣੀ ਹੈ ਝੰਡੇ ਬਾਢੀ ਦੀ, ਕਿਵੇਂ ਮਹਾਰਾਜ ਨੇ ਉਹਦੇ ਤੇ ਕਿਰਪਾ ਕੀਤੀ ਸੀ। ਜਿਹੜਾ ਮਹਾਰਾਜ ਨੇ ਕਿਹਾ ਸੀ, ਭਾਈ ਮਰਦਾਨਿਆਂ ਜਾ ਕੇ ਨਾਮ ਲਈ, ਸਾਨੂੰ ਜਾਣਦਾ, ਸਾਡਾ ਮਿੱਤਰ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ, ਉਹ ਕਹਿੰਦਾ ਮਹਾਰਾਜ ਮੈਂ ਤਾਂ ਜਾਣਦਾ ਨਹੀਂ। ਤੇ ਉੱਥੋਂ ਦਾ ਰਾਜਾ ਸੀ, ਉਹਦਾ ਭਾਣਜਾ ਜਿਹੜਾ ਸੀ ਉਹ ਝੰਡੇ ਦਾ ਮਿੱਤਰ ਸੀ। ਦੋਨਾਂ ਨੂੰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ, ਕਿਉਂਕਿ ਜਿਹੜਾ ਪ੍ਰਮਾਤਮਾ ਹੈ ਉਹਦੇ ਭਗਤ ਜੁਗਾਂ ਜੁਗੰਤਰਾਂ ਤੋਂ ਤੁਰੇ ਆਉਂਦੇ ਆ। ਹੁਣ ਮਹਾਰਾਜ ਨੇ ਤਾਂ ਉਸ ਭਾਵ 'ਚ ਕਿਹਾ ਸੀ, ਝੰਡਿਆ ਤੂੰ ਸਾਡਾ ਮਿੱਤਰ ਹੈ। ਪ੍ਰਮਾਤਮਾ ਆਪਣੇ ਭਗਤਾਂ ਨੂੰ ਮਿੱਤਰਤਾ ਭਾਵ ਵਿੱਚ ਵੀ ਲੈਂਦਾ ਹੈ। ਭਗਤ ਜਿਹੜੇ ਨੇ ਰੱਬ ਦੇ ਪਿਆਰੇ ਆ, ਰੱਬ ਦੇ ਮਿੱਤਰ ਵੀ ਨੇ। ਤੇ ਰੱਬ ਜੁਗੋ ਜੁਗ ਅਟਲ, ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ ਹੈ। ਉਹਦੇ ਭਗਤ ਵੀ ਭਾਈ ਉਸੇ ਤਰ੍ਹਾਂ ਪ੍ਰਮਾਤਮਾ ਦੇ ਨਾਲ ਹੀ ਜੁੜੇ ਹੋਏ ਹਨ। ਤੋ ਫਿਰ ਮਹਾਰਾਜ ਇੱਧਰ ਆਏ, ਝੰਡੇ ਬਾਢੀ ਨੂੰ ਮਹੰਤ ਥਾਪਿਓ ਤੈਨ ਕੇਰੇ। ਉਸ ਪਾਸੇ ਦਾ ਮਹੰਤ ਥਾਪਿਆ। ਅਬ ਲੋ ਮਾਨਤ ਦੇਸ ਤਹਾਂ ਗੁਰ ਤਈ ਬਧੇਰੋ। ਹੁਣ ਤੱਕ ਭਾਈ ਉਸ ਦੇਸ਼ ਦੇ ਵਿੱਚ ਗੁਰੂ ਮਹਾਰਾਜ ਦੇ ਤਾਈਂ ਬਹੁਤ ਮਾਨਤਾ ਹੈ। ਲੰਕਾ ਲੋ ਕਰ ਸੈਰ ਆਏ ਪੁਨ ਹਿੰਦ ਮਝਾਰੀ। ਤੋ ਲੰਕਾ ਦੇ ਆਦਿਕ ਦੀ ਸੈਰ ਕਰਕੇ ਗਰੀਬ ਨਵਾਜ ਫੇਰ ਹਿੰਦੁਸਤਾਨ ਵਿੱਚ ਆਏ।
ਨਦੀ ਜੋ ਪਿਰਖਾ ਤੀਰ ਸ਼ਹਿਰ ਪੇਖਿਓ ਕੰਜਕਾਰੀ। ਤੇ ਪਿਰਖਾ ਨਦੀ ਦੇ ਕਿਨਾਰੇ ਇੱਕ ਸ਼ਹਿਰ ਹੈ ਜਿਹਦਾ ਨਾਮ ਕੰਜਕਾਰੀ ਹੈ। ਉਹ ਮਹਾਰਾਜ ਨੇ ਵੇਖਿਆ। ਸ਼ੈਬ ਲੋਕ ਬਹੁ ਤੀਰ ਨਦੀ ਬੈਠੇ ਲਿੰਗ ਪੂਜੈ। ਤੇ ਸ਼ੈਬ ਲੋਕ ਸ਼ਿਵ ਦੇ ਉਪਾਸ਼ਕ ਉਸ ਨਦੀ ਦੇ ਕਿਨਾਰੇ ਜਿਹੜਾ ਹੈ ਬਹੁਤ ਲੋਕੀ ਸ਼ਿਵਲਿੰਗ ਦੀ ਪੂਜਾ ਕਰਦੇ, ਉਹਦੇ ਪੁਜਾਰੀ ਬੈਠੇ ਵੇਖੇ। ਰਚ ਮ੍ਰਿਤਕਾ ਕੇ ਜਜੈ ਧਰੇ ਗਲ ਪਾਹਨ ਦੂਜੈ। ਫਿਰ ਮ੍ਰਿਤਕਾ ਕੇ ਜਜੈ ਮਿੱਟੀ ਦੇ ਸ਼ਿਵਲਿੰਗ ਬਣਾ ਕੇ ਉਹ ਪੂਜਦੇ, ਤੇ ਦੂਜੇ ਪੱਥਰ ਦੇ ਸ਼ਿਵਲਿੰਗ ਉਹ ਗਲਾਂ ਵਿੱਚ ਪਾਏ ਹੋਏ ਸਨ। ਚੌਪਈ ਰੌਦਰ ਉਗਰ ਸ਼ੈਬ ਭਾਸ ਪਤ। ਇਹ ਸਾਰੇ ਅੱਡੋ ਅੱਡੀ ਤਰ੍ਹਾਂ ਦੇ ਭਗਤ ਨੇ ਜਿਹੜੇ ਸ਼ੈਬ ਦੇ ਉਪਾਸ਼ਕ ਹੈ। ਕਿਸੇ ਨੂੰ ਰੌਦਰ ਕਿਹਾ ਜਾਂਦਾ ਹੈ ਔਰ ਕਿਸੇ ਨੂੰ ਭਾਈ ਉਗਰ, ਕੋਈ ਸ਼ੈਬ ਕੋਈ ਪਾਸ਼ ਪਤ। ਜੰਗਮ ਪਾਂਚ ਭੇਦ ਜਹ ਤਿਨ ਮਤ। ਜੰਗਮ ਪਾਂਚ ਭੇਦ, ਪੰਜਵੇਂ ਜੰਗਮ ਹੈ। ਇਹ ਪੰਜ ਭੇਦ ਨੇ ਉਸ ਮਤ ਦੇ ਵਿੱਚ। ਕਿਨਹੂ ਗਰ ਬਹੁ ਲਿੰਗ ਲਟਕਾਏ। ਕਿਸੇ ਨੇ ਭਾਈ ਆਪਣੇ ਗਲ ਦੇ ਵਿੱਚ ਬਹੁਤ ਜਿਹੜੇ ਹਨ ਉਹ ਸ਼ਿਵਲਿੰਗ ਲਟਕਾਏ ਹੋਏ ਨੇ। ਕਿਨ ਤਰਸੂਲ ਰੁਦਰਾਖਰ ਤਰਾਏ। ਕਿਸੇ ਨੇ ਤਰਸੂਲ ਫੜਿਆ, ਕਿਸੇ ਨੇ ਰੁਦਰਾਖਰ। ਰੁਦਰਾਖ ਦਰਖਤ ਹੈ, ਉਹਦੇ ਫਲਾਂ ਦੀ ਮਾਲਾ ਬਣਾਈ ਹੈ। ਕਰਨ ਫੂਲ ਕਿਨ ਸੇਲੀ ਮੇਲੀ। ਕਿਸੇ ਨੇ ਕਰਨ ਫੂਲ, ਕੰਨ ਦਾ ਗਹਿਣਾ ਫੁੱਲ ਦੀ ਸ਼ਕਲ ਦਾ ਹੁੰਦਾ ਹੈ, ਉਹ ਕਰਨ ਫੂਲ ਕਿਨ ਸੇਲੀ ਮੇਲੀ। ਕਿਸੇ ਨੇ ਸੇਲੀ ਜਿਹੜੀ ਹੈ ਉਹ ਮੇਲੀ ਹੈ, ਸੇਲੀ ਟੋਪੀ ਧਰੀ ਹੈ। ਸਾਂਪ ਚਿੰਨ ਕਿਨ ਜਟਾ ਬੰਧੇਲੀ। ਕਿਸੇ ਨੇ ਕੰਨ ਦੇ ਫੁੱਲ ਦੀ ਜਾਂ ਸੇਲੀ ਮੇਲੀ, ਸੇਲੀ ਅੱਖ ਦੀ ਸੇਲੀ ਨੂੰ ਵੀ ਕਿਹਾ। ਸਾਂਪ ਚਿੰਨ ਕਿਨ ਜਟਾ ਬੰਧੇਲੀ। ਕਿਸੇ ਨੇ ਸੱਪ ਦੇ ਚਿੰਨ ਗਲ ਚ ਪਾਏ ਐ। ਕਿਸੇ ਨੇ ਭਾਈ ਜਟਾ ਜਿਹੜੀਆਂ ਬੱਧੀਆਂ ਹੋਈਆਂ ਨੇ। ਰਕਤ ਨੇਤਰ ਅਮਲਨ ਮਦ ਮਾਤੇ। ਤੇ ਲਾਲ ਨੇਤਰ ਕੀਤੇ ਐ। ਅਮਲ ਦੇ ਵਿੱਚ ਭੰਗਤ, ਧੂਰੇ ਦੇ ਅਮਲ ਵਿੱਚ ਮਸਤ ਹਨ। ਖਾਕ ਮਸਾਨ ਮਲੀ ਬਹੁ ਭਾਂਤੇ। ਮਸਾਨ ਦੀ ਜਿਹੜੀ ਅਖਵਾਕ ਸਵਾਹ ਹੈ ਮਸਾਣਾ ਦੀ, ਉਹ ਕਈ ਤਰ੍ਹਾਂ ਨਾਲ ਸਰੀਰ ਤੇ ਮਲੀ ਹੈ। ਤਪਤ ਚਿੰਨ ਤਰਸੂਲਨ ਕੇਰੇ। ਇਸ ਤਰ੍ਹਾਂ ਭਾਈ ਚਿੰਨ ਲਾਏ, ਤਰਸੂਲ ਜਿਹੜੇ ਹਨ ਉਹ ਫੜੇ ਹਨ। ਤਨ ਪਰ ਸਭ ਨੇ ਧਰੇ ਬਧੇਰੇ। ਕੋਈ ਧੂਣੀਆਂ ਤਾਪਦਾ ਤਨ ਦੇ ਉੱਤੇ, ਕਈ ਤਰ੍ਹਾਂ ਦੇ ਇਸ ਤਰ੍ਹਾਂ ਭਾਈ ਚਿੰਨ ਵਗੈਰਾ ਬੱਧੇ ਐ। ਕੋਈ ਤਰਸੂਲ ਹੱਥ ਵਿੱਚ ਹਨ। ਬੋਲੇ ਸੋ ਸਤਿਗੁਰ ਟਿਗਿਆਈ। ਗੁਰੂ ਮਹਾਰਾਜ ਦੇ ਕੋਲ ਆਏ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਹਨ, ਸ਼ੰਕਰ ਕਾ ਜੋ ਚਿੰਨ ਰਖਾਈ। ਜਿਨ੍ਹਾਂ ਨੇ ਸ਼ੰਕਰ ਦਾ ਚਿੰਨ ਰੱਖਿਆ, ਜਾਂ ਮਹਾਰਾਜ ਨੂੰ ਕਹਿੰਦੇ ਮਹਾਰਾਜ ਇਹ ਜਿਹੜਾ ਸ਼ੰਕਰ ਭਗਵਾਨ ਦਾ ਚਿੰਨ ਹੈ ਜੋ ਰੱਖਦਾ ਹੈ, ਭੰਗਤ ਧੂਰਾ ਪੋਸਤ ਆਕ। ਫਿਰ ਭੰਗਤ ਧੂਰਾ ਪੋਸਤ ਅੱਕ ਵਗੈਰਾ ਸ਼ੱਕ ਕਰ ਰਹੇ ਮਸਤ ਬੇਬਾਕ। ਇਹਨੂੰ ਸ਼ੱਕ ਕਰਕੇ ਭਾਵੇਂ ਦੀ ਵਰਤੋਂ ਕਰਕੇ ਕਹਿੰਦੇ ਮਹਾਰਾਜ ਮਸਤ ਰਹੇ, ਬੇਬਾਕ ਨਾਮ ਬੇਫਿਕਰ ਨਿਡਰ ਹੋ ਕੇ ਰਹੇ। ਯੋ ਜਮ ਲੋਕ ਬਿਖੈ ਨ ਜੈ। ਇਸ ਤਰ੍ਹਾਂ ਕਰਨ ਦੇ ਨਾਲ ਕਹਿੰਦੇ ਮਹਾਰਾਜ ਜਮ ਲੋਕ ਨਹੀਂ ਜਾਂਦੇ ਹਨ। ਜਾਂ ਤੇ ਤਨ ਤਜ ਸ਼ਿਵ ਕੇ ਲੋਕ ਸਿਧੈ ਹੈ। ਸਗੋਂ ਸਰੀਰ ਜੇ ਛੱਡਦਾ ਵੀ ਹੈ ਕੋਈ ਛੱਡ ਕੇ, ਉਹ ਸ਼ਿਵ ਲੋਕ ਨੂੰ ਸੁਧਾਰਦੇ ਨੇ, ਭਾਵ ਸ਼ਿਵ ਲੋਕ ਜਾਂਦੇ ਹਨ। ਜਾਂ ਤੇ ਸੁਰ ਨਰ ਅਸੁਰ ਅਪਾਰੇ। ਇਸ ਕਰਕੇ ਇਸ ਤੇ ਸੁਰ ਨਰ ਅਸੁਰ
ਜਿੰਨੇ ਵੀ ਸੁਰ ਦੇਵਤੇ, ਨਰ ਤੇ ਅਸੁਰ, ਰਾਖਸ਼, ਸਾਰੇ ਹੀ ਧਿਆਨ ਧਰਤ ਸ਼ੰਕਰ ਕਾ ਸਾਰੇ। ਸਾਰੇ ਜਾਣੇ ਸ਼ੰਕਰ ਦਾ ਧਿਆਨ ਧਰਦੇ ਹਨ। ਨਿਗਮਾ ਗਮ ਸਿਮਰਤ ਪੌਰਾਨਾ। ਮਹਾਰਾਜ ਨਿਗਮਾ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ, ਸ਼ਿਵ ਕੋ ਈਸ਼ਵਰ ਸਭਨ ਬਖਾਨਾ। ਸਾਰਿਆਂ ਨੇ ਸ਼ਿਵ ਨੂੰ ਹੀ ਈਸ਼ਵਰ ਜਿਹੜਾ ਹੈ ਉਹ ਕਿਹਾ ਹੈ। ਸ਼ਿਵ ਸਮ ਔਰ ਦੇਵ ਨਹਿ ਗਿਆਨੀ। ਤੇ ਸ਼ਿਵ ਭਗਵਾਨ ਦੇ ਬਰਾਬਰ ਹੋਰ ਕੋਈ ਵੱਡਾ ਦੇਵਤਾ ਤੇ ਗਿਆਨੀ ਪੁਰਖ ਨਹੀਂ। ਸ਼ਕਤ ਤਾਹੇ ਕੀ ਆਦ ਭਵਾਨੀ। ਉਸ ਦੀ ਜਿਹੜੀ ਸ਼ਕਤੀ ਹੈ ਉਹ ਆਦ ਭਵਾਨੀ ਇਸਤਰੀ ਰੂਪ ਹੈ। ਤਾਂ ਕੀ ਅੰਸ਼ ਲਖਮੀ ਆਦੀ। ਤੇ ਉਸ ਆਦ ਭਵਾਨੀ ਦੀ ਅੰਸ਼ ਹੈ ਜਿਹੜੀ ਲਖਮੀ ਆਦ ਹੈ ਸਭ ਜਾਨੋ ਬੇਤਾ ਦਾਤੀ। ਇਹ ਸਭ ਜਾਣਦੇ ਹਨ ਕਿ ਉਹ ਬੇਤਾ ਦਾਤੀ, ਅਣਗਿਣਤ ਦਾਤਾਂ ਦਿੰਦੀ ਹੈ। ਪੁਨ ਗੁਰ ਕਹਿਓ ਸੁਨੋ ਦੁਰਭਾਗੇ। ਇਹ ਸੁਣ ਕੇ ਗੁਰੂ ਮਹਾਰਾਜ ਕਹਿੰਦੇ, ਐ ਦੁਰਭਾਗਿਓ ਸੁਣੋ, ਖੋਟੇ ਭਾਗਾਂ ਵਾਲਿਓ ਸੁਣੋ। ਪਸ਼ੂਆਂ ਸਮਝੋ ਅੰਗ ਤੁਮ ਦਾਗੇ। ਇਹ ਪਸ਼ੂਆਂ ਵਾਂਗੂ ਜਿਹੜੇ ਤੁਸੀਂ ਅੰਗ ਆਪਦੇ ਦਾਗ ਲਏ ਨੇ। ਸਭ ਅੰਗਨ ਮੈਂ ਹੀ ਸੁਰ ਬਸ ਹੈ। ਸਾਰਿਆਂ ਦੇ ਅੰਗਾਂ, ਸਾਰੇ ਅੰਗਾਂ ਵਿੱਚ ਸੁਰ ਕਹੀਏ ਦੇਵਤਾ ਵਸਦਾ ਹੈ। ਸਾਰੇ ਅੰਗਾਂ ਵਿੱਚ ਹੀ ਦੇਵਤੇ ਵਸਦੇ ਨੇ। ਵਹਿ ਤੋ ਗਏ ਤੁਮਾਰੇ ਨਸ ਹੈ। ਤੇ ਤੁਸੀਂ ਅੰਗ ਦਾਗ ਲਏ, ਉਹ ਦੇਵਤੇ ਤਾਂ ਤੁਹਾਡੇ ਨਸ ਕੇ ਦੌੜ ਗਏ ਨੇ। ਫਿਰ ਅਰ ਪੁਨ ਜਿਤਕ ਲਵਾਸ ਤੁਮਾਰੋ। ਫਿਰ ਜਿਹੜਾ ਭਾਈ ਤੁਹਾਡਾ ਲਿਵਾਸ ਹੈ, ਪਹਿਰਾਵਾ, ਭੇਖ ਹੈ। ਅਸੁਰਨ ਤੈ ਕੁਛ ਕਮ ਨਹਿ ਸਾਰੋ। ਇਹ ਪਹਿਰਾਵਾ ਵੀ ਮਹਾਰਾਜ ਕਹਿੰਦੇ ਰਾਖਸ਼ਾਂ ਤੋਂ ਕੋਈ ਘੱਟ ਨਹੀਂ ਹੈ। ਮਾਨੁਖ ਉੱਤਮ ਦੇਹ ਮਹਾਹੀ। ਇਹ ਜਿਹੜੀ ਮਨੁੱਖਾ ਦੇਹੀ ਹੈ ਇਹ ਬਹੁਤ ਉੱਤਮ ਹੈ। ਬਾਂਛੈ ਸਰਬ ਦੇਵ ਤੋ ਜਾਹੀ। ਤੇ ਜਿਹਨੂੰ ਸਾਰੇ ਦੇਵਤੇ ਵੀ ਇਸ ਮਨੁੱਖਾ ਦੇਹੀ ਨੂੰ ਚਾਹੁੰਦੇ ਹਨ। ਸੋ ਤੁਮ ਜਨਮ ਬੇਅਰਥ ਨਿਜ ਖੋਇਓ। ਇਹ ਤਾਂ ਤੁਸੀਂ ਕਹਿੰਦੇ ਜਨਮ ਆਪਣਾ ਐਵੇਂ ਵਿਅਰਥੀ ਖੋ ਰਹੇ ਹੋ। ਜੈਸੋ ਦੇਵ ਸੇਵ ਹੈ ਭਜਿਓ ਨਾ ਪ੍ਰਭੂ ਨਾ ਜਗ ਸੁਖ ਜੋਇਓ। ਇਹ ਜਨਮ ਵਿਅਰਥ ਖੋ ਰਹੇ ਹੋ, ਪ੍ਰਮਾਤਮਾ ਦਾ ਭਜਨ ਨਹੀਂ ਕਰਦੇ। ਤੇ ਜਿੰਨੇ ਜਗਤ ਦੇ ਸੁੱਖ ਹੈ ਉਹ ਵੀ ਨਹੀਂ ਤੁਸੀਂ ਵੇਖ ਸਕਦੇ। ਜੈਸੋ ਦੇਵ ਸੇਵ ਹੈ ਜੋਈ। ਤੇ ਜਿਸ ਤਰ੍ਹਾਂ ਦੇ ਦੇਵਤੇ ਦੀ ਕੋਈ ਸੇਵਾ ਕਰਦਾ, ਪੂਜਾ ਕਰਦਾ ਤਾਂ ਕਿ ਨਿਕਟ ਜਾਏ ਹੈ ਸੋਈ। ਤਾਂ ਪੂਜਾ ਪੂਰੀ ਵੀ ਹੋ ਜੇ ਤਾਂ ਉਹਦੇ ਕੋਲ ਚਲਿਆ ਜਾਊਗਾ, ਹੋਰ ਕੀ ਹੋ ਸਕਦਾ ਹੈ। ਭੂਤ ਪ੍ਰੇਤ ਪਿਸਾਚਨ ਸੈਨਾ। ਤੇ ਮਹਾਰਾਜ ਕਹਿੰਦੇ ਜਿਹੜੀ ਭੂਤ ਪ੍ਰੇਤ ਪਿਸਾਚ, ਪਿਸਾਚਨ ਕਹੀਏ ਖੂਨ ਪੀਣੇ ਮਾਸ ਖਾਣਿਆਂ ਦੀ ਫੌਜ ਹੈ। ਸ਼ਿਵ ਕੀ ਤੁਮ ਬਨ ਹੋ ਐਨਾ। ਇਹ ਸ਼ਿਵ ਭਗਵਾਨ ਦੀ ਫੌਜ ਲਿਖੀ ਹੈ ਗ੍ਰੰਥਾਂ 'ਚ। ਮਹਾਰਾਜ ਕਹਿੰਦੇ ਪੂਜਾ ਪੂਰੀ ਵੀ ਹੋ ਗਈ ਤਾਂ ਕੀ ਹੋ ਜੂ, ਫੌਜ ਬਣ ਜਾਓਗੇ ਤੁਸੀਂ ਵੀ। ਭੂਤ ਪ੍ਰੇਤ ਤੇ ਪਿਸ਼ਾਚ ਬਣ ਸਕਦੇ ਹੋ, ਤੁਮ ਵੀ ਇਹੋ ਜਿਹੀ ਬਣ ਜਾਓਗੇ। ਲਾਭ ਸ਼ਿਵ ਹੈ ਭਜ ਤੁਮ ਵੱਡ ਹੋਇਓ। ਤੇ ਆ ਤੁਹਾਨੂੰ ਭਾਈ ਸ਼ਿਵ ਦਾ ਭਜਨ ਕੀਤਿਆਂ ਵੱਡਾ ਲਾਭ ਹੋਇਆ। ਬਨ ਹੋ ਪ੍ਰੇਤ ਮਨੁੱਖ ਤਨ ਖੋਇਓ। ਕਿ ਪ੍ਰੇਤ ਬਣ ਗਏ ਮਨੁੱਖਾ ਤਨ ਨੂੰ ਖਤਮ ਕਰਨ ਤੋਂ ਬਾਅਦ। ਖੋਏ ਭਾਵ ਮਨੁੱਖ ਤਨ ਖਤਮ ਹੋਇਆ ਤਾਂ ਪ੍ਰੇਤ ਬਣ ਗਏ। ਜਹ ਕਹਿ ਸੁਰਤ ਪੁਨ ਔਰ ਬਤੈ ਹੈ। ਮਹਾਰਾਜ ਕਹਿੰਦੇ ਭਾਈ ਇਹ ਗੱਲ ਇਕੱਲੇ ਅਸੀਂ ਨਹੀਂ, ਇਹ ਗੱਲ ਵੇਦਾਂ ਵਿੱਚ ਵੀ ਤੇ ਹੋਰ ਗ੍ਰੰਥਾਂ 'ਚ ਵੀ ਇਹ ਇਸ ਤਰ੍ਹਾਂ ਕਹੀ ਹੈ। ਤਪਤ ਚਿੰਨ ਜਨ ਤੇ ਜਿਉ ਤਰੈ ਹੈ। ਇਹ ਜਿਹੜੇ ਤੁਸੀਂ ਤਪਤ ਚਿੰਨ ਸਰੀਰ ਦਾਗ ਦਾਗ ਕੇ ਤਪਾ ਕੇ ਚਿੰਨ ਲਾਏ ਹਨ,
ਜਿਨ੍ਹਾਂ ਨੇ ਵੀ ਜਿਸ ਤਰ੍ਹਾਂ ਦੇ ਇਹ ਚਿੰਨ੍ਹ ਧਰੇ ਹਨ, ਤਾਹੀ ਕੋ ਨਰ ਜੋ ਦਰਸੈ, ਤੇ ਇਹ ਤਾਹੀ ਕੋ ਨਰ, ਇਹਨਾਂ ਨੂੰ ਵੀ ਜੋ ਵੀ ਕੋਈ ਪ੍ਰਾਣੀ ਵੇਖੇਗਾ ਤਾਂ ਕੋ ਪਾਪ ਪੁੰਜ ਪੁੰਨ ਪਰਸੈ, ਉਹਨਾਂ ਨੂੰ ਬੇਅੰਤ ਪਾਪ ਲੱਗਦੇ ਹਨ। ਪਰਸੈ ਕਹੀਏ ਲੱਗਣਾ, ਤੁਰਤ ਸਚੈਲ ਕਰੈ ਇਸ਼ਨਾਨਾ, ਤਾਂ ਫਿਰ ਤੁਰੰਤ ਹੀ ਸਚੈਲ ਸਮੇਤ ਬਸਤਰ ਇਸ਼ਨਾਨ ਕਰੇ। ਚੰਦਰਾਇਨ ਬ੍ਰਤ ਕਰੈ ਮਹਾਨਾ, ਇਹ ਕਿਹਾ ਵੀ ਫਿਰ ਚੰਦਰਾਇਣ ਵਰਤ ਕਰੇ, ਉਹ ਵਰਤ ਜੀ ਤੋਂ ਚੰਦਰ ਲੋਕ ਦੀ ਪ੍ਰਾਪਤੀ ਹੋਵੇ। ਜਾਂ ਚੰਦਰਾਇਣ ਵਰਤ ਕਹਿੰਦੇ ਐ ਚੰਦਰਮਾ ਦੇ ਵਧਣ ਘਟਣ ਨਾਲ ਬੁਰਕੀਆਂ ਦਾ ਵਧਾਉਣਾ ਘਟਾਉਣਾ। ਪਹਿਲੇ ਦਿਨ ਇੱਕ ਗਰਾਈ ਇਸ ਤਰ੍ਹਾਂ ਦਾ ਵਰਤ ਰੱਖਦੇ, ਹੁਣ ਤੁਸੀਂ ਰੱਖਣ ਨਾ ਲੱਗ ਜਾਓ। ਕਈ ਵੇਰੇ ਉਹ ਹੁੰਦਾ ਹੈ ਕਿ ਇਹ ਤਾਂ ਇੱਕ ਦੱਸਣ ਦੀਆਂ ਗੱਲਾਂ ਹੁੰਦੀਆਂ, ਤੇ ਕਈ ਵੇਰੇ ਹੁੰਦਾ ਵੀ ਚੱਲ ਆ ਤਾਂ ਆਪਾਂ ਨੂੰ ਪਤਾ ਨਹੀਂ ਸੀ, ਕਰਕੇ ਹੀ ਵੇਖ ਲਈਏ, ਸ਼ਾਇਦ ਕੋਈ ਲਾਭ ਕੁਛ ਨਹੀਂ ਹੋਣਾ, ਪਹਿਲਾਂ ਹੀ ਦੱਸ ਦਿੰਦੇ ਆ। ਇਹ ਚੰਦਰਾਇਣ ਵਰਤ ਕਹਿੰਦੇ ਕਿਹਨੂੰ ਹੈ? ਏਕਮ ਵਾਲੇ ਦਿਨ ਇੱਕ ਬੁਰਕੀ, ਦੂਜ ਵਾਲੇ ਦਿਨ 2, ਤੀਜ 3, ਹੌਲੀ ਹੌਲੀ ਵਧਾਉਂਦੇ ਆ 15 ਬੁਰਕੀਆਂ ਤੇ ਜਾਵੜੇ। ਫਿਰ ਪੁੰਨਿਆਂ ਤੋਂ ਬਾਅਦ ਜਿਉਂ-ਜਿਉਂ ਚੰਦਰਮਾ ਘਟਦਾ ਇੱਕ ਇੱਕ ਬੁਰਕੀ ਘਟਾਈ ਗਏ। ਇਸ ਤਰ੍ਹਾਂ ਦਾ ਵਰਤ ਰੱਖਦੇ ਹੁੰਦੇ, ਸਾਨੂੰ ਚੰਦਰਾਇਣ ਵਰਤ ਕਹਿੰਦੇ। ਮਹਾਰਾਜ ਦੀ ਬਾਣੀ 'ਚ ਹੁਣ ਇਹ ਗੱਲ ਆ ਗਈ, ਉਹ ਵੀ ਸੁਣ ਲਓ। ਆਪਾਂ ਜਿਸ ਬਾਣੀ ਨੂੰ ਨਮਸਕਾਰ ਕਰਦੇ ਆਂ, ਵਰਤ ਕਰੈ ਚੰਦਰਾਇਣਾ ਸੋ ਕਿਤੇ ਨਾ ਲੇਖੰ। ਮਹਾਰਾਜ ਜੀ ਕਹਿੰਦੇ ਜਿਹੜੇ ਕੋਈ ਚੰਦਰਾਇਣਾ ਵਰਤ ਕਰਦੇ ਨੇ ਉਹ ਕਿਸੇ ਲੇਖੇ ਵਿੱਚ ਨਹੀਂ ਹੈ। ਇਸ ਕਰਕੇ ਉਹ ਹੁਣ ਦੱਸਤਾ ਚੰਦਰਾਇਣ ਵਰਤ ਕੀ ਹੈ, ਕਿਉਂਕਿ ਕੱਲ ਨੂੰ ਕੋਈ ਪੁੱਛ ਸਕਦਾ ਹੈ ਕਿ ਚੰਦਰਾਇਣ ਵਰਤ ਕਿਹਨੂੰ ਕਹਿੰਦੇ ਆ। ਤੁਹਾਨੂੰ ਪਤਾ ਲੱਗ ਗਿਆ, ਪਰ ਨਾਲ ਇਹ ਵੀ ਤੁਸੀਂ ਦੱਸ ਦਿਓ ਵੀ ਸਾਡੀ ਬਾਣੀ ਤਾਂ ਭਾਈ ਮਹਾਰਾਜ ਦੇ ਵਿੱਚ ਲਿਖਿਆ ਹੈ, ਗੁਰੂ ਗ੍ਰੰਥ ਸਾਹਿਬ 'ਚ, ਇਹ ਵਰਤ ਕਿਸੇ ਲੇਖੇ 'ਚ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਤਾਂ ਨਹੀਂ ਕਹਿੰਦੇ ਇਹ ਕੋਈ ਲੇਖੇ 'ਚ ਹੈ, ਉਹ ਹਟਦੇ ਹੈ ਨਹੀਂ, ਕਿੰਨਾ ਮਰਜੀ ਸਮਝਾਈ ਜਾਓ। ਕਈਆਂ ਨੂੰ ਮੈਂ ਹਾਲ ਦੇਖਿਆ, ਹਟਦੀਆਂ ਨਹੀਂ ਬੀਬੀਆਂ, ਪਰ ਗੱਲਬਾਤ ਇਹਦੇ 'ਚ ਕੁਛ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਨੂੰ ਮੰਨੀਏ, ਅਮਲ ਕਰੀਏ, ਸੁੱਖ ਸ਼ਾਂਤੀ ਘਰ 'ਚ ਫੇਰ ਹੋਵੇਗੀ। ਆਓ ਚਲੋ ਹੁਣ ਆਪਾਂ ਇੱਧਰ ਇਤਿਹਾਸ ਵਾਲੇ ਪਾਸੇ ਰਹੀਏ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿਹੜਾ ਕੋਈ ਇਸ ਤਰ੍ਹਾਂ ਦਾ ਵੱਡਾ ਵਰਤ ਕਰਦਾ ਹੈ ਤੇ ਮਨੌਤ ਹੈ, ਪਾਪ ਦੂਰ ਤਾਂ ਕੋ ਤਬ ਹੋਈ। ਹੁਣ ਨਾਲ ਇਹ ਦੱਸਦਾ ਕਿ ਗੁਰੂ ਦਾ ਮਤ ਨਹੀਂ, ਗੁਰੂ ਮਹਾਰਾਜ ਤਾਂ ਕਹਿ ਰਹੇ ਨੇ ਉਹਨਾਂ ਨੂੰ, ਸ਼ਿਵ ਉਪਾਸ਼ਕਾਂ ਨੂੰ, ਕਿ ਤੁਹਾਡੇ ਵੇਦਾਂ ਗ੍ਰੰਥਾਂ ਵਿੱਚ ਇਹ ਲਿਖਿਆ ਕਿ ਫੇਰ ਉਹ ਪਾਪ ਦੂਰ ਹੁੰਦੇ ਹਨ। ਤੁਮਰੀ ਗਤੀ ਕਹੈ ਕਿਆ ਕੋਈ। ਹੁਣ ਜਿਹੜੀ ਤੁਹਾਡੀ ਹਾਲਤ ਹੈ, ਮਹਾਰਾਜ ਕਹਿੰਦੇ ਭਾਈ ਇਹਦੇ ਬਾਰੇ ਕੋਈ ਕੀ ਕਹਿ ਸਕਦਾ ਹੈ। ਤਾਂ ਤੇ ਦੂਰ ਕੂਰ ਮਤ ਤਜੋ, ਇਸ ਕਰਕੇ ਭਾਈ ਇਹ ਜਿਹੜੀ ਝੂਠੀ ਮਤ ਲਈ ਫਿਰਦੇ ਉਹਨੂੰ ਤਜ ਦਿਓ, ਜਿਹੜੀ ਕੂੜ ਮਤ ਹੈ ਛੱਡ ਦਿਓ, ਦੂਰ ਕਰੋ। ਪਾਰ ਬ੍ਰਹਮ ਪਰਮਾਤਮ ਭਜੋ, ਪਾਰ ਬ੍ਰਹਮ ਪਰਮਾਤਮ ਪਰਮੇਸ਼ਵਰ ਦਾ ਭਜਨ ਕਰੋ। ਜਾਹੇ ਦਵਾਰ ਪਰ ਬਿਦ ਸ਼ਿਵ ਹਰੀ, ਜਿਹਦੇ ਦਰਬਾਰ ਵਿੱਚ, ਜਿਹਦੇ ਦਰਵਾਜ਼ੇ ਤੇ, ਜਾਹੇ ਦਵਾਰ ਪਰ, ਜਿਸ ਦੇ ਦਰਬਾਰ ਪਰ, ਜਿਸ ਦੇ ਦਵਾਰ ਦਰਵਾਜ਼ੇ ਪਰ, ਬਿਦ ਸ਼ਿਵ ਹਰੀ, ਬਿਦ ਕਹੀਏ ਬ੍ਰਹਮ, ਸ਼ਿਵ ਤੇ ਹਰੀ ਕਹੀਏ ਵਿਸ਼ਨੂੰ, ਦੇਵੀ ਅਨਕ ਜੋਰ ਕਰ ਖਰੀ। ਹੋਰ ਦੇਵਤੇ ਤੇ ਦੇਵੀਆਂ ਅਨੇਕਾਂ ਹੀ ਜੋਰ ਕਰ ਹੱਥ ਜੋੜ ਕੇ ਅਕਾਲ ਪੁਰਖ ਪਰਮੇਸ਼ਰ ਦੇ ਦਰ ਤੇ ਖੜੀਆਂ ਹਨ। ਪੈ ਹੋ ਤੇਹ ਭਜ ਭੁਗਤੀ ਮੁਕਤੀ, ਉਸ ਪ੍ਰਮਾਤਮਾ ਦਾ ਭਜਨ ਕਰੋ ਤਾਂ ਭਾਈ ਭੁਗਤੀ, ਭੁਗਤ ਪਦਾਰਥ ਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਵੇਦ ਕਹਿਤ ਜਹ ਸਾਚੀ ਜੁਗਤੀ, ਮਹਾਰਾਜ ਕਹਿੰਦੇ ਵੇਦ ਪੜੋ, ਉਹਦੇ ਵਿੱਚ ਵੀ ਇਹ ਜੁਗਤੀ, ਸੱਚੀ ਜੁਗਤੀ ਦੱਸੀ ਹੋਈ ਹੈ। ਅਸਲ ਕਹਾਣੀ ਕਿ ਪੜਦਾ ਨਹੀਂ ਕੋਈ, ਆਮ ਤੌਰ ਤੇ ਕੋਈ ਬਿਰਲੇ ਹਨ ਜਿਹੜੇ ਆਪਣੇ ਕੋਈ ਧਰਮ ਗ੍ਰੰਥਾਂ ਦਾ ਉਪਦੇਸ਼ ਜਿਹੜਾ ਹੈ ਉਹ ਇਤਿਹਾਸ ਨੂੰ ਪੜ੍ਹਦੇ ਆ। ਇਹ ਕਮੀਆਂ ਅਕਸਰ ਵੇਖੀਆਂ, ਆਪਣੇ ਵਿੱਚ ਵੀ ਇਹ
ਮੈਂ ਬਹੁਤ ਪ੍ਰਚਾਰਕਾਂ 'ਚ ਐਸਾ ਵੇਖਿਆ। ਚਲੋ ਇਹਦਾ ਕੋਈ ਮਾਣ ਹੰਕਾਰ ਤਾਂ ਨਹੀਂ ਹੋਣਾ ਚਾਹੀਦਾ, ਪਰ ਇਹ ਗੱਲ ਮੈਂ ਆਮ ਵੇਖੀ ਹੈ ਜਿੰਨਾ ਸਮਾਂ ਹੋ ਗਿਆ ਵਿਚਰਦਿਆਂ ਨੂੰ। ਬਹੁਤ ਪ੍ਰਚਾਰਕ ਹੈ, ਪੜ੍ਹਦੇ ਕੁਛ ਨਹੀਂ। ਚਾਰ ਗੱਲਾਂ ਇੱਧਰੋਂ ਸੁਣ ਲਈਆਂ, ਚਾਰ ਉੱਧਰੋਂ ਸੁਣ ਲਈਆਂ, ਤੇ ਉਹ ਫਿਰ ਰਿਵੜੀ ਜੀ ਇਕੱਠੀ ਕਰਕੇ ਗਾਹਾਂ ਦੀਵਾਨ ਲਾ ਦਿੰਦੇ ਆ, ਕਿਉਂਕਿ ਗੱਲਾਂ ਚਾਰ ਉੱਧਰੋਂ ਚਾਰ ਆ ਇਕੱਠੀਆਂ ਕਰਕੇ ਘੰਟਾ ਹੋਇਆ ਲਾਤਾ। ਮਿਹਨਤ ਆਪਦੀ ਕੋਈ ਨਹੀਂ ਹੈ। ਗਾਹਾਂ ਕੋਈ ਪੁੱਛ ਲੇ ਵੀ ਭਾਈ ਜਿਹੜਾ ਕੋਈ ਸੁਣਾਈ ਹੈ ਸਾਖੀ, ਇਹ ਗਣਾ ਸੁਣ ਕਿੱਥੋਂ ਪੜ੍ਹੀ ਹੈ, ਕੀ ਇਹਦਾ ਵਿਸਤਾਰ, ਆਧਾਰ, ਭੂਮਿਕਾ ਜਾਂ ਜਿਹੜੇ ਸ਼ਬਦ ਵਿਚਾਰ ਕੀਤੀ ਹੈ, ਤੇ ਇਹਦੇ ਬਾਰੇ ਕੋਈ ਦੱਸ ਦਿਓ। ਇਹਦੀ ਉਥਾਨਕਾ ਕੀ ਹੈ, ਕਿਵੇਂ ਉਚਾਰਨ ਕੀਤਾ। ਉੱਥੇ ਫਿਰ ਕੁਛ ਪੱਲੇ ਨਹੀਂ ਹੁੰਦਾ। ਇਸ ਕਰਕੇ ਇਹੋ ਜਿਹਾ ਕੁਛ ਹੋਈ ਜਾਂਦਾ ਹੈ। ਤੇ ਪ੍ਰਚਾਰ ਬਿਰਲੇ ਬਿਰਲੇ ਹਨ ਜਿਹੜੇ ਗੁਰਮੁਖ ਤਾਈ ਦਾ ਪ੍ਰਚਾਰ ਭਾਵਨਾ ਨਾਲ ਕਰਦੇ ਹੈ, ਤੇ ਨਹੀਂ ਤਾਂ ਹੁਣ ਆਹ ਦੇਖ ਲਓ ਗੀਤ ਗਾਉਂਦੇ ਆ, ਕਈ ਕਵਿਤਾਵਾਂ ਵੱਡੀਆਂ ਵੱਡੀਆਂ ਤਰਜ਼ਾਂ ਜੀਆਂ ਲਾਈ ਜਾਂਦੇ ਆ। ਤੇ ਇਸ ਤਰ੍ਹਾਂ ਜਿਹੜਾ ਅਸਲ ਧਾਰਨਾ ਦੇ ਵਿੱਚ ਵੀ ਮਰਿਆਦਾ 'ਚ ਜਿਹੜਾ ਕੀਰਤਨ ਹੈ ਨਾ ਧਾਰਨਾ ਦਾ, ਜਿਵੇਂ ਰਾਗ ਕੀਰਤਨ ਹੈ, ਤੇ ਮਹਾਂਪੁਰਸ਼ਾਂ ਨੇ ਸੰਤ ਮਹਾਰਾਜ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਜੋ ਧਾਰਨਾ ਕੀਰਤਨ ਪ੍ਰਚਲਿਤ ਕੀਤਾ ਜ਼ਿਆਦਾ, ਇਹ ਪੈਸੇ ਤਾਂ ਪਹਿਲਾਂ ਤੋਂ ਹੈ। ਜਦੋਂ ਇਹ ਜਿਹੜੀਆਂ ਧਾਰਨਾ ਦਾ ਕੀਰਤਨ ਹੈ, ਇਹ ਧਾਰਨਾ ਕੀ ਹੈ, ਕਿਸੇ ਗੱਲ ਦੇ ਅਰਥ ਭਾਵ ਨੂੰ ਕਾਵ ਗਾ ਕੇ ਕਹਿਣਾ, ਪਰ ਇਹਦੀ ਕੋਈ ਰੀਤੀ ਹੈ ਗਾਉਣ ਦੀ। ਇਹ ਉਹ ਸਮੇਂ ਸੰਗਤਾਂ ਗਾਉਂਦੀਆਂ ਜਦੋਂ ਤੁਰ ਕੇ ਆਉਂਦੀਆਂ ਹੁੰਦੀਆਂ ਸੀ ਪਿੰਡਾਂ ਦੇ ਵਿੱਚੋਂ, ਦੂਰੋਂ ਦਰਾਡੋਂ ਸੰਗਤ ਨੇ ਟੋਲਾ ਬਣਾ ਕੇ ਤੁਰਨਾ, ਤੇ ਫਿਰ ਰਸਤੇ ਵਿੱਚ ਇਹ ਜੋਟੀਆਂ ਦਾ ਕੀਰਤਨ ਕਰਦੇ ਆਉਂਦੇ ਹੁੰਦੇ ਸੀ, ਉੱਚੀ ਉੱਚੀ ਧਾਰਨਾ। ਹੁਣ ਉਹ ਕਿਸੇ ਵਿਧੀ ਵਿਧਾਨ ਦੇ ਤਹਿਤ ਹੈ। ਅੱਜ ਜਿਹੜੇ ਹੁਣ ਨਵੇਂ ਬਹੁਤ ਐਸੇ ਪ੍ਰਚਾਰਕ ਮੈਂ ਵੇਖੇ ਹੈ, ਹੁਣ ਉਹ ਰੀਤ ਜੀ ਤਾਂ ਛੱਡ ਹੀ ਗਏ, ਜਿਹੜੀ ਉਸ ਤਰ੍ਹਾਂ ਧਾਰਨਾ ਦੀ ਕਿੰਨੀ ਹੈ, ਕਿਵੇਂ ਉਸ ਨੂੰ ਲਾਉਣਾ ਹੈ, ਕਿ ਕਿਸ ਤਰ੍ਹਾਂ ਉਹ ਪੜ੍ਹਨੀ ਹੈ। ਹੁਣ ਤਾਂ ਹੋਰ ਕੁਝ ਚੱਲ ਪਿਆ, ਤਰਜ਼ਾਂ ਹੀ ਬੜੀਆਂ, ਤੇ ਸਾਜੋ ਸਮਾਨ ਹੀ ਇੰਨਾ ਹੁੰਦਾ ਕਿ ਇੱਕ ਵੱਡੇ ਟਰੈਵਲ ਟਰੱਕ ਵਿੱਚ ਤਾਂ ਇਹਨਾਂ ਦੇ ਇਨਸਟਰੂਮੈਂਟ ਹੀ ਆਉਂਦੇ ਆ, ਸਾਜ਼-ਬਾਜ਼ ਜਿਹੜੇ ਨੇ, ਫਿਰ ਉਹ ਆਲੇ ਦੁਆਲੇ ਰੱਖ ਕੇ ਬੈਠ ਜਾਂਦੇ ਆ। ਮੇਲਾ ਲੱਗਿਆ ਹੁੰਦਾ ਸਟੇਜ ਤੇ 20-20 25-25 ਜਾਣਿਆਂ ਦਾ, ਤੇ ਲੋਕੀ ਵੀ ਉਹੋ ਜਿਹੇ ਹੋ ਗਏ। ਲੋਕੀ ਰੰਗ ਢੰਗ ਜਿਹਾ ਦੇਖੀ ਜਾਂਦੇ ਆ ਵੀ ਬਾਬੇ ਨੇ ਰੰਗ ਬਰੰਗੇ ਕੱਪੜੇ ਬਹੁਤ ਸੋਹਣੇ ਪਾਏ ਹੋਏ ਆ, ਡੈਕੋਰੇਸ਼ਨ ਬਥੇਰੀ ਵਧੀਆ ਕੀਤੀ ਹੈ, ਸਾਜ਼ ਬੜੇ ਇੱਧਰ ਉੱਧਰ ਨੂੰ ਹੋ ਰਹੇ ਆ, ਤਰਜ਼ਾਂ ਕਿਤੇ ਮੂੰਹ ਤਾਂ ਨੂੰ ਚੱਕ ਕੇ ਕਿਤੇ ਥੱਲੇ ਨੂੰ ਚੱਕ ਕੇ ਹੋ ਰਹੀਆਂ, ਤੇ ਗੱਲ ਵਿਚਲੀ ਕੀ ਆ, ਉਹ ਤਾਂ ਹੁਣ ਬਿਰਲੇ ਬਿਰਲੇ ਆ। ਸੁਣਨ ਵਾਲੇ ਵੀ ਗੱਲ ਕਿੱਥੋਂ ਸੁਣਾਈ ਜਾ ਰਹੀ ਹੈ, ਬਾਣੀ ਦੇ ਭਾਵ ਨੂੰ ਕੀ ਦੱਸਿਆ, ਇਤਿਹਾਸਕ ਪੱਖ ਕੀ ਹੈ, ਉਹਦਾ ਰੱਬ ਰਾਖਾ ਹੋਇਆ। ਇਸ ਕਰਕੇ ਚਲੋ ਮਹਾਰਾਜ ਗੱਲ ਇੱਥੇ ਆ ਜਾਂਦੀ ਹੈ, ਕਿਉਂਕਿ ਇਹ ਨਾ ਕਹੇ ਮਾਣ ਕਰਦਾ, ਭਾਵਨਾ ਮਹਾਰਾਜ ਦੀ ਹਜ਼ੂਰੀ 'ਚ ਇਹੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਇਹ ਤਾਂ ਇੱਕ ਗੱਲ ਆ ਗਈ ਤਾਂ ਆਪਾਂ ਕਰ ਲਈ ਹੈ। ਬਾਕੀ ਮਾਲਕ ਨੇ ਜਿੱਧਰ ਜਿੱਧਰ ਨੂੰ ਜਿਵੇਂ ਕਿਸੇ ਨੂੰ ਲਾਇਆ ਹੋਇਆ ਉਵੇਂ ਭਾਈ ਲੱਗੇ ਹੋਏ ਨੇ। ਰਹੋ ਵਿਚਾਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੁਣ ਇਹ ਮੱਤ ਦੱਸਦੇ ਨੇ ਕਿ ਭਾਈ ਇਸ ਤਰ੍ਹਾਂ ਵੇਦਾਂ ਦੇ ਵਿੱਚ ਦੱਸਿਆ, ਪਰ ਤੁਸੀਂ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਭਜਨ ਕਰੋ। ਵੇਦ ਕਹਿਤ ਜਹ ਸਾਚੀ ਜੁਗਤੀ, ਵੇਦਾਂ ਵਿੱਚ ਵੀ ਇਹ ਜੁਗਤੀ ਜੋ ਸੱਚੀ ਜੁਗਤੀ ਹੈ ਉਹ ਕਹੀ ਹੈ। ਗੱਲ ਚੱਲੀ ਸੀ ਕਿ ਇਹ ਗੱਲ ਸਾਰੀ ਦੱਸੀ ਤਾਂ ਗ੍ਰੰਥਾਂ ਵਿੱਚ ਹੈ। ਇਸੇ ਤਰ੍ਹਾਂ ਹੀ ਭਾਈ ਜ਼ਿਆਦਾਤਰ ਹਿੰਦੂ ਧਰਮ ਵਿੱਚ ਵੀ ਜਿਹੜੇ ਕੋਈ ਪੁਜਾਰੀ ਹੈ, ਪ੍ਰਚਾਰਕ ਨੇ, ਉਹ ਹੁਣ ਵੇਦ ਸ਼ਾਸਤਰ ਤਾਂ ਪੜ੍ਹਦੇ ਨਹੀਂ ਹਨ। ਜੇ ਤਾਂ ਉਹ ਪੜ੍ਹਨ ਤਾਂ ਕੋਈ ਗਿਆਨ ਆਵੇ ਫੇਰ ਹੀ ਹੈ। ਉਸ ਪਾਸੇ ਦਾ ਧਿਆਨ ਨਹੀਂ, ਧਿਆਨ ਤਾਂ ਹੋਰ ਕਰਮ ਕਾਂਡਾਂ 'ਚ ਖੁੱਭਿਆ ਹੋਇਆ ਹੈ। ਇਸ ਕਰਕੇ ਕਰਮ ਕਾਂਡਾਂ 'ਚ ਪਏ ਹੋਏ ਨੇ। ਤੋ ਵੇਦਾਂ ਵਿੱਚ ਵੀ ਮਹਾਰਾਜ ਕਹਿੰਦੇ ਭਾਈ ਵੇਦ ਕਹਿਤ ਜਹ ਸਾਚੀ ਯੁਕਤੀ, ਇਹ ਜੁਗਤੀ ਵੇਦ ਵੀ ਕਹਿ ਰਹੇ ਹਨ। ਜਹ ਸੁਨ ਸਤ ਨਾਮ ਓਨ ਗਾਹਾ, ਇਹ ਸੁਣ ਕੇ ਉਹਨਾਂ ਨੇ ਵੀ ਭਾਈ ਪਰਮੇਸ਼ਰ ਦੇ ਸੱਚੇ ਨਾਮ ਨੂੰ ਸ਼ਿਵ ਉਪਾਸ਼ਕਾਂ ਨੇ ਗ੍ਰਹਿਣ ਕੀਤਾ। ਸਾਚਾ ਮਤ ਵੈਦਕ ਮਗ ਲਹਾ, ਜਿਹੜਾ ਸਾਚਾ ਮਤ ਹੈ, ਵੈਦਕ ਮਤ, ਆਸਤਕ ਮਤ, ਰਸਤਾ ਮਾਰਗ, ਵੈਦਕ ਮਗ ਲਹਾ, ਜਿਹੜਾ ਆਸਤਕ ਭਾਵਨਾ ਵਾਲਾ ਰੱਬ ਦਾ ਰਸਤਾ ਹੈ ਉਸ ਨੂੰ ਜਾਣਿਆ। ਲਹਾ ਕਿ ਇਹ ਪ੍ਰਾਪਤ ਕੀਤਾ ਹੈ। ਦੋਹਰਾ ਕਰ ਕਿਰਤਾਰਥ ਤਿਨੋ ਕੋ, ਗਣਪੁਰ ਪਹੁੰਚੇ ਜਾਏ। ਤੋ ਇਹਨਾਂ ਨੂੰ ਭਾਈ ਕਰਤਾਰਥ ਕਰਕੇ
ਗੁਰੂ ਪਾਤਸ਼ਾਹ ਮਹਾਰਾਜ ਫਿਰ ਗਣਪੁਰ ਪਹੁੰਚੇ ਜਾਏ, ਜਿੱਥੇ ਗਣੇਸ਼ ਦੇ ਉਪਾਸਕ ਨੇ ਤੀਰ ਕੌਮ ਦੀ ਨਦੀ ਕੇ ਗਣਪ ਭਿਖੇ ਬਹੁ ਪਾਈ। ਕੌਮ ਦੀ ਨਦੀ ਦੇ ਕਿਨਾਰੇ ਜਿੱਥੇ ਬਹੁਤ ਹੀ ਗਣਪ ਕਹੀਏ ਗਣੇਸ਼ ਦੇ ਉਪਾਸਕਾਂ ਨੂੰ ਵੇਖਿਆ ਹੈ। ਚੌਪਈ ਬੈਠੇ ਤੇ ਠਾਂ ਗੁਰ ਜਬ ਜਾਏ। ਗੁਰੂ ਨਾਨਕ ਦੇ ਪਾਤਸ਼ਾਹ ਜਦੋਂ ਉਸ ਜਗ੍ਹਾ ਜਾ ਕੇ ਬੈਠੇ, ਗਣਪ ਲੋਕ ਅਧਿਕ ਚੱਲ ਆਏ। ਉਥੇ ਜਿਹੜੇ ਗਣਪ ਗਣੇਸ਼ ਉਪਾਸਕ ਸਾਨੂੰ ਬਹੁਤ ਚੱਲ ਕੇ ਪਹੁੰਚੇ ਹਨ। ਤਪਤ ਚਿੰਨ ਅਨਗਨ ਤਨ ਲਾਏ। ਤਪਤ ਚਿੰਨ ਕਹਿੰਦੇ ਸਰੀਰ ਉੱਤੇ ਪੱਕੇ ਹੀ ਦਾਗ ਕੇ ਚਿੰਨ ਲਾ ਦੇਣੇ, ਕੋਈ ਉਹ ਬਹੁਤ ਲਾਏ ਹੋਏ ਹਨ। ਨਿਜ ਮਤ ਕੇ ਜੋ ਬੈਨ ਅਲਾਈ। ਤੇ ਆਪਣੇ ਮਤ ਦੇ ਇਸ ਤਰ੍ਹਾਂ ਉਹਨਾਂ ਨੇ ਬਚਨ ਕਹੇ, ਆਪਣੇ ਮਤ ਬਾਰੇ ਦੱਸਿਆ। ਹਮ ਗਣੇਸ਼ ਕੇ ਭਗਤ ਉਦਾਰੀ। ਕਹਿੰਦੇ ਮਹਾਰਾਜ ਅਸੀਂ ਗਣੇਸ਼ ਦੇ ਮਹਾਨ ਭਗਤ ਹਾਂ। ਕਸ਼ਟ ਵਿਧਾ ਸੁਖ ਲੈ ਹੈ ਅਪਾਰੀ। 6 ਤਰ੍ਹਾਂ ਦੇ ਗਣੇਸ਼ ਦੇ ਮਤ ਧਾਰ ਕਰਕੇ ਅਸੀਂ ਬੇਅੰਤ ਸੁਖ ਲੈਂਦੇ ਹਾਂ। ਗਣਪ ਹਰਦਰ ਔਰ ਉਚਿਸ਼ਟ। ਗਣਪ ਹਰਦਰ ਔਰ ਉਚਿਸ਼ਟ। ਇੱਕ ਤਾਂ ਗਣਪ ਨੇ ਹਰਦਰ ਗਣਪ, ਇੱਕ ਹਨ ਉਚਿਸ਼ਟ ਗਣਪ। ਨਵਨੀਤ ਹੇਮ ਸੰਤਾਨ ਕਨਿਸ਼ਟ। ਇੱਕ ਹਨ ਨਵਨੀਤ, ਨਵੀਂ ਨੀਤੀ ਨਵਨੀਤ ਗਣਪ। ਇੱਕ ਹਨ ਹੇਮ ਗਣਪ, ਇੱਕ ਹਨ ਸੰਤਾਨ ਕਨਿਸ਼ਟ। ਸੰਤਾਨ ਮਤ ਤੋਂ ਵੀ ਨੀਚ ਜਿਹੜੇ ਹਨ ਕਨਿਸ਼ਟ। ਗਣਪ ਪ੍ਰਥਮ ਬੈਨ ਜੋ ਗਾਏ। ਪਹਿਲਾਂ ਜਿਹੜੇ ਗਣਪ ਨੇ ਉਹਨਾਂ ਨੇ ਪਹਿਲਾਂ ਇਹ ਗੱਲ ਗਣਪ ਗਣੇਸ਼ ਦੇ ਉਪਾਸਕਾਂ ਨੇ ਪ੍ਰਥਮ ਪਹਿਲਾਂ ਇਹ ਗੱਲ ਕਹੀ, ਮਹਿਮਾ ਗਣਪ ਸੁਰਤ ਸਭ ਗਾਈ। ਕਹਿੰਦੇ ਜੀ ਸਾਰੀਆਂ ਸੁਰਤੀਆਂ ਜਿਹੜੀਆਂ ਹਨ ਉਹ ਗਾਈਆਂ, ਜਾਂ ਗਣਪ ਕਹੀਏ ਮਹਿਮਾ ਗਣਪ ਗਣੇਸ਼ ਉਪਾਸਕਾਂ ਨੇ ਪਹਿਲਾਂ ਸੁਰਤੀ ਬਾਰੇ ਸਭ ਦੱਸਿਆ, ਜਾਂ ਸੁਰਤੀ ਵੇਦਾਂ ਵਿੱਚ ਵੀ ਕਹਿੰਦੇ ਗੱਲ ਕਹੀ ਹੈ ਗਣੇਸ਼ ਜਗਤੇਸ਼ ਬਖਾਨਾ। ਕਹਿੰਦੇ ਮਹਾਰਾਜ ਜੋ ਗਣੇਸ਼ ਹੈ ਉਹ ਜਗਤ ਈਸ਼ਵਰ ਕਿਹਾ ਜਾਂਦਾ ਹੈ। ਜਾਹੇ ਰਚੇ ਬਿਦ ਹਰੀ ਹਰ ਨਾਨਾ। ਜਿਸ ਨੇ ਬਹੁਤ ਬ੍ਰਹਮਾ ਵਿਸ਼ਨ ਸ਼ਿਵ ਇਤਿਆਦਿਕ ਨੂੰ ਰਚਿਆ। ਮੰਗਲ ਦਾਨ ਅਮੰਗਲ ਹਾਰੀ। ਤੇ ਉਹ ਖੁਸ਼ੀਆਂ ਦੇਣ ਵਾਲਾ, ਅਮੰਗਲ ਕਹੀਏ ਦੁੱਖਾਂ ਗਮੀਆਂ ਦਾ ਨਾਸ਼ ਕਰਨ ਵਾਲਾ। ਸੁੰਡ ਦੰਤ ਸਸ ਚਿੰਨ ਜੋ ਧਾਰੀ। ਫਿਰ ਸੁੰਡ ਹੈ ਹਾਥੀ ਦਾ, ਫਿਰ ਦੰਦ ਨੇ। ਸੱਸ ਕਹੀਏ ਚੰਦਰਮਾ ਦੇ ਚਿੰਨ ਧਾਰੇ ਹੈ। ਤਿਲਕ ਸੰਧੂਰ ਭੂਰ ਦੁੱਖ ਹਰ ਕੈ। ਔਰ ਤਿਲਕ ਲਾਇਆ ਸੰਧੂਰ ਭਰਿਆ ਹੈ ਦੁੱਖਾਂ ਨੂੰ ਦੂਰ ਕਰਕੇ। ਜੀਵਨ ਭੁਗਤ ਮੁਕਤ ਲੈ ਮਰ ਕੈ। ਜਿਹਨੇ ਕੁਛ ਕੀਤਾ ਹੋਇਆ ਉਹ ਜੀਵਤ ਭੁਗਤ, ਜਿਉਂਦਿਆਂ ਜੀ ਪਦਾਰਥ ਭੋਗਦਾ ਤੇ ਮਰਨ ਤੋਂ ਬਾਅਦ ਮੁਕਤੀ ਲੈ ਲੈਂਦਾ। ਜਹ ਸੁਨ ਸਤਿਗੁਰ ਕਹਿਓ ਸੁਨਾਈ। ਇਹ ਸੁਣ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹ ਬਚਨ ਕਹੇ, ਜਗ ਕਾਰਨ ਗਣਪਤ ਨਹਿ ਭਾਈ। ਮਹਾਰਾਜ ਕਹਿੰਦੇ ਭਾਈ ਜਗਤ ਦਾ ਕਾਰਨ ਗਣੇਸ਼ ਨਹੀਂ ਹੈ। ਤਾਂ ਕੋ ਸ਼ਿਵ ਸੁਤ ਵੇਦ ਬਖਾਨੇ। ਵੇਦ ਤਾਂ ਉਸ ਨੂੰ ਸ਼ਿਵ ਦਾ ਪੁੱਤਰ ਕਹਿੰਦੇ ਹਨ। ਪਾਰ ਬ੍ਰਹਮ ਨਹਿ ਕੋਈ ਮਾਨੇ। ਤੇ ਕੋਈ ਉਸ ਨੂੰ ਪਾਰ ਬ੍ਰਹਮ ਨਹੀਂ ਮੰਨਿਆ ਹੈ। ਦੋਹਰਾ ਤਜ ਗਜ ਚਿੰਨ ਆਨੰਨ ਹੋਇ। ਭਜੋ ਏਕ ਪਰਮੇਸ਼। ਇਸ ਕਰਕੇ ਭਾਈ ਉਹ ਜਿਹੜੇ ਹਾਥੀ ਦੇ ਚਿੰਨ ਉਹਨਾਂ ਨੂੰ ਆਨੰਦ, ਦੂਜਿਆਂ ਨੂੰ ਮੰਨਣ ਵਾਲੇ, ਦੇਖੋ ਇੱਕ ਵਾਹਿਗੁਰੂ ਦੇ ਭਗਤ ਹੋਵੋ। ਆਨੰਦ ਕਹੀਏ ਜਿਹੜਾ ਦੂਜੇ ਨੂੰ ਨਹੀਂ ਮੰਨਦਾ। ਤਾਜ ਗਨ ਚਿੰਨ, ਇਹ ਗਜ ਹਾਥੀ ਵਾਲੇ ਚਿੰਨ ਛੱਡ ਕਰਕੇ ਅਨੰਨ ਹੋਇ, ਅਨੰਨ ਹੋਵੋ। ਇੱਕ ਦੇ ਪੁਜਾਰੀ ਪਰਮੇਸ਼ਰ ਦੇ। ਭਜੋ ਏਕ ਪਰਮੇਸ਼। ਇੱਕ ਪਰਮੇਸ਼ਰ ਦਾ ਭਜਨ ਕਰੋ।
मान बैन गाणप गए और धर गुर उपदेश। ਤਾਂ ਇਹ ਜਿਹੜੇ ਗਾਣਪ ਗਣੇਸ਼ ਉਪਾਸ਼ਕ ਸੀ ਇਹ ਵੀ ਬਚਨ ਮੰਨ ਕੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਧਾਰਨ ਕਰਕੇ ਚਲੇ ਗਏ। ਪੁਨਾ ਹਰਿਦਰ ਜੋ ਕਹਿਓ ਚਤਰ ਭੁਜਾ ਪਟ ਪੀਤ। ਹੁਣ ਇਹ 6 ਤਰ੍ਹਾਂ ਦੇ ਉਪਾਸ਼ਕ ਹੈ। ਫਿਰ ਦੂਜੇ ਆ ਗਏ ਹਰਿਦਰ, ਉਹ ਕਹਿਣ ਲੱਗੇ ਚਤੁਰ ਭੁਜਾ ਪਟ ਪੀਤ, 4 ਬਾਹਾਂ ਤੇ ਪੀਲੇ ਵਸਤਰਾਂ ਵਾਲਾ। ਸੇਵੋ ਦੇਵ ਤ੍ਰੈ ਨੈਨ ਕੋ ਅੰਕਸ ਪਾਸ ਉਪਵੀਤ। ਕਹਿੰਦੇ ਉਸ ਤ੍ਰੈ ਨੇਤਰਾਂ ਵਾਲੇ ਦੇਵ ਨੂੰ ਸਿਮਰੋ। ਅੰਕਸ ਪਾਸ ਉਪਵੀਤ, ਉਪਵੀਤ ਕਹੀਏ ਉਹਦੇ ਪਾਸ ਕੁੰਡਾ ਵੀ ਹੈ ਤੇ ਜਨੇਊ ਵੀ ਹੈ। ਤੁੰਡ ਦੰਤ ਤਿਰਸੂਲ ਚਿੰਨ ਤਪਤ ਧਰੇ ਜਨ ਜੋਈ। ਤੇ ਜਿਹੜਾ ਕੋਈ ਪ੍ਰਾਣੀ ਤੁੰਡ ਦੰਤ ਮੁੱਖ ਤੇ ਦੰਦ ਤਰਸੂਲ ਇਹਨਾਂ ਦੇ ਚਿੰਨਾਂ ਨੂੰ ਤਪਤ ਧਰੇ ਆਪਣੇ ਸਰੀਰ ਉੱਤੇ ਦਾਗ ਕੇ ਚਿੰਨ ਬਣਾ ਲੈਂਦਾ ਹੈ। ਤਿਲਕ ਕਰੈ ਸੰਧੂਰ ਕਾ ਪਾਰ ਪਰੈ ਭਵ ਸੋਏ। ਮਹਾਰਾਜ ਨੂੰ ਕਹਿੰਦੇ ਨਾਲ ਸੰਧੂਰ ਦਾ ਤਿਲਕ ਕਰ ਲਵੇ ਤਾਂ ਉਹ ਭੌਜਲ ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਚੌਪਈ ਗੁਰੂ ਕਹਿਓ ਜਹ ਤੁਮਰਾ ਭੇਦ। ਗੁਰੂ ਮਹਾਰਾਜ ਕਹਿੰਦੇ ਭਾਈ ਇਹ ਵੀ ਤੁਹਾਡਾ ਭਰਮ ਭੇਦ ਹੈ। ਆਹੇ ਬੇਅਰਥ ਅਮੂਲਕ ਵੇਦ। ਫਿਰ ਇਹ ਵਿਅਰਥ ਹੈ, ਅਮੂਲਕ ਵੇਦ, ਵੇਦਾਂ ਦੀ ਰੀਤੀ ਦੇ ਵੀ ਵਿਰੁੱਧ ਹੈ। ਪੀਤ ਰੰਗ ਪਟ ਪੀਤ ਜੋ ਧਰੈ। ਇਹ ਪੀਲੇ ਰੰਗ ਦੇ ਜਿਹੜਾ ਕੋਈ ਵਸਤਰ ਧਾਰਦਾ। ਪੀਤ ਵਸਨ ਪੀਤ ਵਸਤ ਸੋ ਪੂਜਨ ਕਰੈ। ਉਹ ਪੀਲੀ ਵਸਤੂ ਦਾ ਜਿਹੜਾ ਹੈ ਪੀਤ ਵਸਤ ਸੋ ਉਹਦੀ ਪੂਜਾ ਕਰਦਾ ਹੈ। ਇਸ ਤਰ੍ਹਾਂ ਦੇ ਨੇ ਇੱਕ ਪੀਲੇ ਵਸਤਰ ਧਾਰ ਕੇ ਰੱਖਦੇ। ਤਬੈ ਹਰਿਦਰ ਨਾਮ ਗਣੇਸ਼। ਫਿਰ ਕਹਿੰਦੇ ਮਹਾਰਾਜ ਕਹਿੰਦੇ ਦੇਖੋ ਤੁਸੀਂ ਹਰਿਦਰ ਜਿਹੜਾ ਹੈ ਉਹ ਗਣੇਸ਼ ਦੇ ਹਰਿਦਰ ਕਹਾਉਂਦੇ ਹੋ। ਕਹਿਲਾਵਤ ਸੋ ਪੂਤ ਮਹੇਸ਼। ਪਰ ਜਿਹੜਾ ਗਣੇਸ਼ ਆ ਉਹ ਤਾਂ ਮਹੇਸ਼, ਉਹ ਤਾਂ ਸ਼ਿਵ ਦਾ ਪੁੱਤਰ ਕਹਾਉਂਦਾ ਹੈ। ਤੇ ਇਹ ਪਰਮੇਸ਼ਰ ਕੋਏ ਨਾ ਭਾਖੈ। ਉਹਨੂੰ ਪਰਮੇਸ਼ਰ ਤੇ ਮਹਾਰਾਜ ਕਹਿੰਦੇ ਕੋਈ ਨਹੀਂ ਕਹਿੰਦਾ ਹੈ। ਜੋ ਭਾਖੈ ਸੋ ਸੀਂਚਤ ਸਾਖੈ। ਤੇ ਜਿਹੜਾ ਕੋਈ ਕਹਿੰਦਾ ਵੀ ਹੈ ਮਹਾਰਾਜ ਕਹਿੰਦੇ ਆਵਾਂ ਜਿਵੇਂ ਕੋਈ ਟਾਹਣੀਆਂ ਸਿੰਜੀ ਜਾਵੇ ਜੜ ਨੂੰ ਪਾਣੀ ਪਾਵੇ ਨਾ। ਸ਼ਰਮਿੰਦੇ ਹੋਏ ਗਏ ਹਰਿਦਰੀ। ਇਸ ਤਰ੍ਹਾਂ ਦਾ ਉਪਦੇਸ਼ ਸੁਣ ਕੇ ਹਰਿਦਰੀ ਜਿਹੜੇ ਸਨ ਗਣੇਸ਼ ਉਪਾਸ਼ਕ ਉਹ ਭਾਈ ਸ਼ਰਮਿੰਦੇ ਹੋ ਗਏ। ਆਏ ਉਚਿਸ਼ਟ ਭ੍ਰਿਸ਼ਟ ਉਪਦਰੀ। ਫਿਰ ਜਿਹੜੇ ਉਚਿਸ਼ਟ ਭ੍ਰਿਸ਼ਟ ਪਾਪਾਂ ਵਾਲੇ ਉਪਦਰਵ ਪਾਪ ਕਰਨ ਵਾਲੇ ਉਹ ਆ ਗਏ। ਪੂਰਬ ਉਕਤ ਚੰਨ ਜੇ ਧਰ ਹੈ। ਇੱਥੋਂ ਜਿਹੜੇ ਉਚਿਸ਼ਟ ਮੱਤ ਵਾਲੇ ਆ ਹੁਣ ਉਹ ਆਪਣਾ ਮੱਤ ਕਹਿਣ ਲੱਗੇ ਨੇ ਕਿ ਮਹਾਰਾਜ ਪਹਿਲਾਂ ਜਿਹੜੇ ਇਹ ਚਿੰਨ ਆ ਜਿਹੜਾ ਕੋਈ ਧਾਰ ਲੈਂਦਾ ਹੈ। ਅੰਗਨ ਮੈਂ ਅੰਗਨਾ ਕੋ ਭਰ ਹੈ। ਉਹ ਅੰਗਨ ਮੈਂ ਅੰਗਨਾ, ਅੰਗਨ ਕਹਿੰਦੇ ਨੇ ਗਲਵੱਕੜੀ, ਅੰਗਨਾ ਨਾਮ ਇਸਤਰੀ ਦਾ ਭਾਵ ਉਸਨੂੰ ਇਸਤਰੀ ਨੂੰ ਪਕੜ ਲੈਂਦੇ ਹਨ। ਆਪ ਪੀਏ ਮਦ ਤਾਹੇ ਪਿਲਾਵੇ। ਇਸ ਤਰ੍ਹਾਂ ਦਾ ਉਹਨਾਂ ਦਾ ਮਤ ਹੈ ਵੀ ਆਪ ਵੀ ਸ਼ਰਾਬ ਪੀਵੇ ਤੇ ਉਸ ਨੂੰ ਵੀ ਪਿਆਵੇ। ਚੁੰਬਨ ਅਲਿੰਗਨ ਮਨ ਭਾਵੇ। ਇਹ ਵਿਕਾਰ ਕਮਾਵੇ, ਅਲਿੰਗਨ ਕਰੇ ਜਾਂ ਕਹਿਣ ਦਾ ਭਾਵ ਹੈ ਕਿ ਆਪਣੇ ਨਾਲ ਛਾਤੀ ਨਾਲ ਲਾਉਣਾ, ਗਲਵੱਕੜੀ ਵਿੱਚ ਲੈਣਾ। ਇਹਨੂੰ ਆਮ ਭਾਸ਼ਾ ਵਿੱਚ ਅਲਿੰਗਨ ਸ਼ਬਦ ਵਰਤਿਆ, ਅੰਗ ਦੇ ਨਾਲ ਲਾਉਣਾ। ਇਹੋ ਜਿਹਾ ਕੁਛ ਕਰੇ ਉਹਨਾਂ ਦੇ ਆਪ ਦੇ ਇਹੋ ਜਿਹੇ ਖਿਆਲ ਹੈ। ਆਸਨ ਵਿਭਿਦ ਭੋਗ ਪੁੰਨ ਕਰੈ। ਇਸ ਤਰ੍ਹਾਂ ਭਾਈ ਕਈ ਤਰ੍ਹਾਂ ਦੇ ਭੋਗ ਵਿਕਾਰਾਂ ਨੂੰ ਕਰੇ ਉਹ ਜਿਹੜਾ ਇਹ ਉਹਨਾਂ ਨੇ ਆਪਣੀ ਮੱਤ ਦੱਸੀ। ਨਿਜ ਪਰ ਧੀਐ ਨਹਿ ਭੇਦ ਵਿਚਰੈ। ਤੇ ਕਹਿੰਦੇ ਆਪਣੀ ਔਰ ਪਰਾਈ ਇਸਤਰੀ ਵਿੱਚ ਵੀ ਕੋਈ ਭੇਦ ਨਾ ਜਾਣੇ। ਪਿਆਲੇ ਏਕ ਵਿੱਚ ਸਭ ਸ਼ੱਕ ਹੈ। ਸਾਰਾ ਕੁਝ ਇੱਕੋ ਪਿਆਲੇ ਵਿੱਚ ਛਕੀ ਜਾਵੇ। ਜਾਂ ਤੇ ਹਮ ਉਚਿਸ਼ਟ ਮਤ ਰੱਖ ਹੈ। ਇਸ ਕਰਕੇ ਅਸੀਂ ਉਚਿਸ਼ਟ ਮਤ ਵਾਲੇ ਹਾਂ, ਅਸੀਂ ਉਚਿਸ਼ਟ ਮਤ ਰੱਖਦੇ ਹਾਂ।
ਜੋ ਕੁਛ ਕਰਤ ਹਮਾਰਾ ਸੁਆਮੀ। ਜੋ ਕੁਝ ਵੀ ਸਾਡਾ ਮਾਲਕ ਆ ਉਹ ਕਰਦਾ ਹੈ। ਹਮ ਸਭ ਕਰੈ ਤੈਸੇ ਅਬਿਰਾਮੀ। ਤੇ ਅਸੀਂ ਵੀ ਸਾਰੇ ਉਸੇ ਤਰ੍ਹਾਂ ਹੀ ਸੋਹਣੇ ਸੁੰਦਰ ਤਰੀਕੇ ਸਹਿਤ ਜਾਂ ਬ੍ਰਾਹਮੀ ਕਹੀਏ ਚੰਗੀ ਤਰ੍ਹਾਂ ਕਰਦੇ ਹਾਂ। ਮਤ ਹਮਾਰ ਅਤ ਆਨੰਦ, ਮਤ ਹਮਾਰ ਅਤ ਆਨੰਦ ਦੈ ਹੈ। ਜਿਹੜਾ ਸਾਡਾ ਮਤ ਹੈ ਇਹਦੇ ਵਿੱਚ ਬੇਅੰਤ ਆਨੰਦ ਹੀ ਆਨੰਦ ਹੈ। ਜੀਵਤ ਭੋਗ ਮੋਖ ਮਰ ਲੈ ਹੈ। ਜਿਉਂਦਿਆਂ ਭੋਗ ਪਦਾਰਥ ਬਥੇਰੇ ਹੈ ਤੇ ਮਰੇ ਤੋਂ ਮੁਕਤੀ ਮਿਲ ਜਾਂਦੀ ਹੈ। ਕਹਿਓ ਗੁਰੂ ਮਤ ਅਤ ਭ੍ਰਿਸ਼ਟ ਤਬ। ਗੁਰੂ ਮਹਾਰਾਜ ਕਹਿੰਦੇ ਮਤ ਅਤ ਭ੍ਰਿਸ਼ਟ ਤਬ। ਤੁਹਾਡਾ ਤਾਂ ਮਤ ਭਾਈ ਬਹੁਤਾ ਜ਼ਿਆਦਾ ਭ੍ਰਿਸ਼ਟ ਹੈ। ਨਰ ਸ੍ਰੇਸ਼ਟ ਨਹਿ ਦ੍ਰਿਸ਼ਟ ਕਰੈ ਲਵ। ਕਹਿੰਦੇ ਜਿਹੜਾ ਕੋਈ ਸ੍ਰੇਸ਼ਟ ਪੁਰਸ਼ ਹੈ ਨਾ ਉਹ ਤਾਂ ਭੋਰਾ ਭਰ ਵੀ ਇਸ ਪਾਸੇ ਨੂੰ ਆਪਣੀ ਨਿਗਾਹ ਨਹੀਂ ਕਰੇਗਾ, ਥੋੜਾ ਮਾਤਰ ਵੀ। ਪਰ ਤ੍ਰਿਐ ਪਰਸੇ ਅਗ ਪੁੰਜ ਪਰਸੈ। ਕਿਉਂਕਿ ਪਰਾਈ ਇਸਤਰੀ ਨਾਲ ਛੂਹਣਾ ਤਾਂ ਇਹ ਤਾਂ ਬਹੁਤ ਵੱਡਾ ਪਾਪ ਹੈ। ਮਹਾਰਾਜ ਜੀ ਕਹਿੰਦੇ ਮਦਰਾ ਪਾਨ ਹਾਨ ਧਰਮ ਕਰਸੈ। ਫਿਰ ਜਿਹੜਾ ਸ਼ਰਾਬ ਪੀਂਦਾ ਉਹ ਧਰਮ ਨਾਸ਼ ਕਰ ਦਿੰਦੀ ਹੈ। ਯਾਦਵ ਕਰੇ ਨਾਸ ਮਦ ਪਾਨਾ। ਕਹਿੰਦੇ ਦੇਖੋ ਯਾਦਵ ਜਿਹੜੇ ਹਨ ਉਹਨਾਂ ਨੇ ਅਨੇਕਾਂ, ਦੇਖੋ ਯਾਦਵਾਂ ਦੀ ਕੁੱਲ ਨਾਸ਼ ਕਰ ਦਿੱਤੀ। ਭਾਰਤੀय ਸੰਗ ਭੰਗ ਭੇ ਨਾਨਾ। ਭਾਰਤੀय ਸੰਗ ਕਰਕੇ ਅਨੇਕਾਂ ਹੀ ਨਾਸ਼ ਹੋ ਗਏ। ਲੰਕਾ ਪਤ ਕਾ ਬੰਸ ਨਿਸ਼ਾਨਾ। ਤੇ ਲੰਕਾਪਤੀ ਦਾ ਦੇਖ ਲਓ ਮਹਾਰਾਜ ਕਹਿੰਦੇ ਬੰਸ ਨਾਸ਼ ਹੋ ਗਿਆ। ਇੰਦਰ ਲਹੇ ਭਗ ਚਿੰਨ ਕੇ ਤਨ। ਕਿੰਨੇ ਹੀ ਇੰਦਰ ਜਿਹੜਾ ਹੋਇਆ ਉਹ ਵਿਕਾਰਾਂ ਵਿੱਚ ਆਇਆ ਤੇ ਸਰੀਰ ਤੇ ਸਹਿਸ ਸਰੀਰ ਚਿਹਨ ਭਗ ਹੋਏ। ਬਾਣੀ ਵਿੱਚ ਆਉਂਦਾ ਤਾਂ ਮਨ ਪਛੋਤਾਇਆ। ਕਿਤਨੇ ਚਿੰਨ ਅਨੇਕਾਂ ਹੋਏ। ਮਰੇ ਕਰੀਚਕ ਸਸੀ ਛਈ ਭਉ। ਤੇ ਕਰੀਚਕ ਮਰਿਆ ਮਹਾਭਾਰਤ ਦੀ ਕਥਾ। ਉਹ 100 ਭਰਾ ਮਰ ਗਏ। ਫਿਰ ਕਹਿੰਦੇ ਸਸੀ ਛਈ ਭਉ। ਇਹ ਵਿਕਾਰਾਂ ਵਿੱਚ ਲੱਗ ਕੇ ਚੰਦਰਮਾ ਕਲੰਕੀ ਹੋ ਗਿਆ। ਮਹਾਰਾਜ ਕਹਿੰਦੇ ਵਿਸ਼ੇ ਸੰਗ ਮਤ ਭੰਗ ਭਈਓ। ਇਸ ਤਰ੍ਹਾਂ ਭਾਈ ਵਿਸ਼ਿਆਂ ਦਾ ਸੰਗ ਕਰਕੇ ਮਤ ਜਿਹੜੀ ਹੈ ਭ੍ਰਿਸ਼ਟ ਹੋ ਜਾਂਦੀ ਹੈ। ਨਿਜ ਅਪਰਾਧ ਤਾਹੇ ਪਰ ਧਰਿਓ। ਤੇ ਤੁਸੀਂ ਤਾਂ ਆਪਣੇ ਉੱਤੇ ਇਹ ਜਿਹੜਾ ਵੱਡਾ ਅਪਰਾਧ ਹੈ ਇਹ ਧਾਰਨ ਕਰ ਲਿਆ। ਤੁਮੈ ਗਣੇਸ਼ ਵਿਸ਼ਈ ਜੁਰ ਰਿਓ। ਤੁਸੀਂ ਤਾਂ ਫਿਰ ਇਸ ਤਰ੍ਹਾਂ ਆਪਣੇ ਗਣੇਸ਼ ਨੂੰ ਵੀ ਮਹਾਰਾਜ ਕਹਿੰਦੇ ਵਿਸ਼ਈ ਬਣਾ ਰਹੇ ਹੋ, ਕਹਿ ਰਹੇ ਹੋ। ਹੈ ਗਣੇਸ਼ ਮੁਦ ਮੰਗਲਕਾਰੀ। ਨਾਲੇ ਤੁਸੀਂ ਕਹਿੰਦੇ ਹੋ ਕਿ ਗਣੇਸ਼ ਮੰਗਲਕਾਰੀ ਹੈ, ਖੁਸ਼ੀ ਦੇਣ ਵਾਲਾ। ਭਗਤ ਅਨੰਨ ਹਰੀ ਕਾ ਭਾਰੀ। ਪਰ ਭਾਈ ਜਿਹੜਾ ਅਨੰਨ ਭਗਤ ਪਰਮਾਤਮਾ ਦਾ ਉਹ ਸਭ ਤੋਂ ਵੱਡਾ ਭਗਤ ਹੈ। ਤੁਮ ਕੋ ਮਿਲ ਹੈ ਨਰਕ ਕਰਾਰਾ। ਉਹਨੂੰ ਤਾਂ ਮਹਾਰਾਜ ਕਹਿੰਦੇ ਭਾਈ ਵੱਡਾ ਨਰਕ ਮਿਲੇਗਾ। ਮਤ ਭ੍ਰਿਸ਼ਟ ਜੋ ਤੁਮ ਨੇ ਧਾਰਾ। ਤੇ ਤੁਸੀਂ ਤਾਂ ਮਹਾਰਾਜ ਕਹਿੰਦੇ ਇਹ ਬਹੁਤ ਵੱਡਾ ਭ੍ਰਿਸ਼ਟ ਮਤ ਜਿਹੜਾ ਹੈ ਇਹ ਧਾਰਨ ਕਰ ਲਿਆ ਹੈ। ਭ੍ਰਿਸ਼ਟ ਮਤ ਤੁਸੀਂ ਧਾਰਨ ਕਰ ਲਈ। ਜਹ ਸੁਨ ਵਹਿ ਗੁਰ ਪਗਲ ਪਟਾਈ। ਇਹ ਸੁਣ ਕੇ ਉਹ ਵੀ ਭਾਈ ਗੁਰੂ ਮਹਾਰਾਜ ਦੇ ਚਰਨਾਂ ਨਾਲ ਲਿਪਟ ਗਏ। ਸਤ ਨਾਮ ਲੈ ਧਾਮ ਸਿਧਾਈ। ਤੇ ਸਤਨਾਮ ਵਾਹਿਗੁਰੂ ਦਾ ਉਪਦੇਸ਼ ਲੈ ਕੇ ਉਹ ਆਪਣੇ ਘਰ ਨੂੰ ਚਲੇ ਗਏ। ਗੁਰੂ ਮਹਾਰਾਜ ਦਾ ਉਪਦੇਸ਼ ਧਾਰਨ ਕਰਕੇ ਇਹ ਵੀ ਜਿਹੜੇ ਦੂਸਰੇ ਸਨ ਇਹ ਵੀ ਆਪਣੇ ਘਰ ਗਏ ਹਨ। ਦੋਹਰਾ ਤ੍ਰੈ ਸੇਵੀ ਰੌਦਰ ਗਣਪ ਭੈਰਵ ਸਕੰਦ ਕੁਮਾਰ। ਤ੍ਰੈ ਸੇਵੀ ਤਿੰਨ ਦੇਵਤਿਆਂ ਬ੍ਰਹਮਾ ਵਿਸ਼ਨ ਸ਼ਿਵ ਦੀ ਸੇਵਾ ਕਰਨ ਵਾਲਾ ਤ੍ਰੈ ਸੇਵੀ ਰੌਦਰ ਨਾਮ ਸ਼ਿਵ ਉਪਾਸ਼ਕ, ਗਣਪ ਕਹੀਏ ਗਣੇਸ਼ ਉਪਾਸ਼ਕ, ਭੈਰਵ ਸਕੰਦ ਕੁਮਾਰ ਭੈਰੋਂ ਦੇ ਉਪਾਸ਼ਕ। ਇਹ ਸਕੰਦ ਨਾਮ ਹੈ ਸ਼ਿਵ ਦਾ ਪੁੱਤਰ ਹੋਇਆ। ਕਾਰਤਿਕੇ ਉਹਦੇ ਉਪਾਸ਼ਕ। ਕੁਮਾਰ ਨਾਮ ਹੈ ਜਿਹੜਾ ਬ੍ਰਹਮਾ ਹੈ। ਬ੍ਰਹਮੇ ਦੇ 4 ਪੁੱਤਰ ਨੇ ਸਨਕ, ਸਨੰਦਨ, ਸਨਾਤਨ ਔਰ ਸਨਤ ਕੁਮਾਰ। ਇਹਨਾਂ ਦੇ ਜਿਹੜੇ ਉਪਾਸ਼ਕਾਂ ਨੂੰ ਕੁਮਾਰ ਕਿਹਾ ਜਾਂਦਾ ਹੈ।
आए इन्हें चर्चा करी, आखिर गए सोहार। इन्हां ने भी आके चर्चा कीती ते आखिर भाई ये भी जड़े हैं फिर हार गए। चौपई गाणप गए मार्गी आए। जदों ये गाणप गए ने बाम मार्गी आ गए महाराज दे कोले। बाम मार्ग एक पंथ है। तिन निज मत जो कहे सुनाए। उन्होंने अपना मत गुरु नानक देव जी पातशाह नूं इस तरह दसिया, नह परमेश्वर भिन्न जीव है। कहंदे महाराज परमेश्वर जीव तो कोई बखरा नहीं है। तन ते जोदा न जीव थीव है। ते तन तो बखरा कोई जीव नहीं है। भाव समझे, ये कहंदे जीव तो बखरा कोई रब नहीं है। जीव ही रब है ते शरीर ही जीव है। शरीर तो बखरा कोई जीव नहीं है। जब लो देह रहे जग माही। ते जिन्ना समय शरीर जगत दे विच रहिंदा है, भोग भोग लीजै मन चाही। कहंदे इहनूं भोग भोग लीजै। मन चाहुंदे भोग पदार्थ भोग लैणे चाहीदे। जिवें हुण कई मिल जांदे आ, ਉਹ ਕਹਿੰਦੇ ਖਾਓ ਪੀਓ ਐਸ਼ ਕਰੋ। ਅੱਗਾ ਉਗਾ ਕਿਹਨੇ ਦੇਖਿਆ? ਤੇ ਇਹ ਗੱਲ ਕਹਿੰਦੇ ਵੀ ਭਾਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅੱਗੇ ਹੈਗਾ ਕੁਛ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾਂ ਖਾਟ ਚਲੋ ਹਰ ਲਾਹਾ, ਅੱਗੇ ਬਸਣ ਸਹਿਲਾ। ਮਹਾਰਾਜ ਤਾਂ ਕਹਿੰਦੇ ਆ ਅੱਗੇ ਹੈਗਾ ਕਿਤੇ ਬਸਣ ਦੀ ਗੱਲ ਕਰਦੇ। ਉਹ ਕਹਿੰਦੇ ਖਾਓ ਪੀਓ ਐਸ਼ ਕਰੋ। ਹੁਣ ਖਾਣਾ ਪੀਣਾ ਕੀ ਹੈ? ਖਾਣ ਪੀਣ ਨੂੰ ਜਿਹੜਾ ਧਰਮੀ ਹੈ ਉਹ ਕਿਹੜਾ ਖਾਂਦਾ ਨਹੀਂ ਹੈ। ਖਾਣ ਪੀਣ ਨੂੰ ਜੋ ਪਰਮੇਸ਼ਰ ਨੇ ਬਹੁਤ ਕੁਝ ਬਣਾਇਆ ਤੇ ਉਹ ਖਾ ਪੀ ਲੋ। ਪਰ ਵਿਸ਼ੇ ਵਿਕਾਰ ਨੂੰ ਜੇ ਕੋਈ ਖਾਣਾ ਪੀਣਾ ਮੰਨੀ ਬੈਠਾ ਤਾਂ ਉਹ ਤਾਂ ਆਮ ਹੁੰਦਾ ਹੀ ਹੈ। ਇਹ ਕਈ ਵਾਰ ਗੱਲ ਕੀਤੀ ਹੈ ਬਹੁਤ। ਹੁਣ ਤਾਂ ਚਲੋ ਨਹੀਂ ਭਾਵ ਆਮ ਹੀ ਮੂੰਹ ਚੜੀ ਗੱਲ ਸੀ। ਕੋਈ ਬੱਚੀ ਦੀ ਸ਼ਾਦੀ ਕਰਨੀ ਹੈ ਭਾਈ, ਲੜਕਾ ਕੋਈ ਦੇਖੋ। ਹੁਣ ਤਾਂ ਜ਼ਮਾਨਾ ਬਦਲ ਗਿਆ। ਹੁਣ ਲੜਕਿਆਂ ਵਾਲੇ ਕਹਿੰਦੇ ਆ ਕੋਈ ਲੜਕੀ ਹੈ ਕਿਤੇ ਚੰਗੀ ਆਪਾਂ ਨੂੰ ਮਿਲ ਜੇ। ਉਹ ਪੜ੍ਹ ਲਿਖ ਗਈਆਂ ਕੁੜੀਆਂ ਬਾਹਰ ਅੰਦਰ ਚਲੀਆਂ ਗਈਆਂ। ਹੁਣ ਪਹਿਲਾਂ ਨਹੀਂ ਸੀ। ਹੁਣ ਜ਼ਮਾਨਾ ਮਾਲਕ ਨੇ ਖੇਡ ਵਰਤਾਉਣੀ ਹੋਵੇ ਜੀ ਵਰਤਾਤੀ। ਅੱਗੇ ਆਮ ਕਹਿਣਾ ਕੋਈ ਲੜਕਾ ਦੇਖਿਓ ਵਧੀਆ ਪਰਿਵਾਰ ਹੋਵੇ, ਖਾਂਦੇ ਪੀਂਦੇ ਨਾ ਹੋਣ। ਵੀ ਫਿਰ ਖਾਂਦਾ ਜਿਹੜਾ ਖਾਂਦਾ ਪੀਂਦਾ ਨਹੀਂ ਫਿਰ ਉਹਦਾ ਜਾਂ ਦਾ ਹਸਪਤਾਲ 'ਚ ਪਿਆ ਹੋਊ, ਬੋਤਲ ਬਾਦਲ ਲੱਗੀ ਹੋਊ। ਕਹਿੰਦੇ ਭਾਈ ਡ੍ਰਿਪ ਲਾਤਾ ਗਲੂਕੋਜ਼ ਡਾਕਟਰ ਨੇ, ਖਾਂਦਾ ਪੀਂਦਾ ਕੁਛ ਨਹੀਂ, ਨਾਲੀਆਂ ਲੱਗੀਆਂ। ਫਿਰ ਜਾਂ ਤਾਂ ਉੱਥੇ ਭਾਲਣਾ ਪਊ। ਕਹਿਣ ਦਾ ਭਾਵ ਕੀ ਹੈ ਕਿ ਖਾਣ ਪੀਣ ਇਹ ਭਾਵ ਹੋ ਗਿਆ। ਸ਼ਰਾਬ ਨਾ ਪੀਂਦਾ ਹੋਵੇ, ਭੁੱਕੀ ਹੋਰ ਇਹੋ ਜਿਹਾ ਕੁਛ। ਹੁਣ ਜਿਹੜੇ ਨਵੇਂ ਆ ਗਏ ਨਸ਼ੇ, ਇਹ ਲੋਕਾਂ ਨੇ ਸੋਚਿਆ ਇਹੀ ਖਾਣ ਪੀਣਾ ਹੈ। ਇਸ ਕਰਕੇ ਇਹ ਸਵੈਕੀ ਸ਼ਬਦ ਬਣ ਗਿਆ। ਪਰਿਵਾਰ ਵਧੀਆ ਹੋਵੇ, ਖਾਂਦੇ ਪੀਂਦੇ ਨਾ ਹੋਣ। ਬਈ ਭਾਈ ਆਓ ਨਾ ਕਿਹਾ ਕਰੋ, ਇਹ ਕਿਹਾ ਕਰੋ ਪਰਿਵਾਰ ਵਧੀਆ ਹੋਵੇ, ਗੰਦਮੰਦ ਨਾ ਖਾਂਦੇ ਹੋਣ, ਚੰਗਾ ਪਦਾਰਥ ਛਕਣ ਵਾਲੇ ਹੋਣ, ਵਧੀਆ ਖਾਣ ਪੀਣ ਵਾਲੇ ਤਾਂ ਹੋਣ ਪਰ ਚੰਗਾ ਖਾਣ ਪੀਣ ਵਾਲੇ, ਮਾੜਾ ਨਾ ਹੋਵੇ। ਇਸ ਕਰਕੇ ਆਪੋ ਚਲੋ ਜਿਹੜੇ ਹੁਣ ਭਾਈ ਉਹ ਕਹਿੰਦੇ ਖਾਣਾ ਪੀਣਾ ਹੀ ਅਸਲੀ ਇਹ ਹੈ ਤੇ ਉਹਨਾਂ ਦਾ ਆਪ ਦੀ ਬਿਰਤੀ ਹੈ। ਹੁਣ ਆਪਾਂ ਕਿਸੇ ਨੂੰ ਨਿੱਜੀ ਦਾ ਕਹਿ ਨਹੀਂ ਸਕਦੇ ਹਾਂ। ਹਰ ਇੱਕ ਦਾ ਉਹ ਆਪ ਦੀਆਂ ਦਲੀਲਾਂ ਦਿੰਦੇ। ਉਹ ਕਹਿੰਦਾ ਤੁਸੀਂ ਕੀ ਐਵੇਂ ਉੱਥੇ ਕੱਲਾ ਕੜਾਹ ਖਾਈ ਜਾਂਦੇ ਹੋ, ਦੇਖੋ ਪਦਾਰਥ ਦਾ ਮੌਜ ਤਾਂ ਅਸੀਂ ਕਰਦੇ ਹਾਂ। ਤੇ ਉਹ ਆਪਣੀ ਜਗ੍ਹਾ ਕਹਿੰਦੇ ਸਾਡੇ ਵਰਗਾ ਰਾਜਾ ਕੋਈ ਨਹੀਂ। ਇਹ ਹੁਣ ਆਪਾਂ ਆਪ ਦੀਆਂ ਗੱਲਾਂ ਸਹੀ ਕਹਿੰਦੇ, ਉਹ ਆਪ ਦੀਆਂ ਕਹਿੰਦੇ ਆ। ਇਹ ਜਗਤ ਤੇ ਚੱਲੀ ਜਾਣਾ। ਵਾਹਿਗੁਰੂ ਨੇ ਤਾਂ ਖੇਡਾਂ ਬਣਾਈਆਂ ਹੋਈਆਂ ਹੈ ਤਾਂ ਹੁਣ ਆਈ ਆ ਸਾਰਿਆਂ ਦੀ ਜੇਬ ਜੀ। ਜਿੱਧਰ ਨੂੰ ਕਿਸੇ ਦੀ ਮੱਤ ਲਾਤੀ ਉਧਰ ਨੂੰ ਉਹ ਲੱਗਿਆ ਹੋਇਆ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੋਲੇ ਭਾਈ ਇਹ ਸਾਰੇ ਆਏ ਆ। ਹੁਣ ਇੱਥੇ ਟਾਈਮ ਵੀ ਹੋ ਗਿਆ ਹੈ ਸਮਾਪਤੀ ਦਾ। ਆਪਾਂ ਬਾਕੀ ਇੱਥੋਂ ਹੀ ਗੱਲ ਸ਼ੁਰੂ ਕਰਾਂਗੇ। ਇਹ ਤ੍ਰੈ ਸੇਵੀ ਰੌਦਰ ਗਣਪ ਭੈਰਵ ਸਕੰਦ ਕੁਮਾਰ ਆਏ ਨੇ ਚਰਚਾ ਕਰੀ ਆਖਰ ਗਏ ਸੁਹਾਰ। ਅੱਗੇ ਕੁਝ ਚਰਚਾਵਾਂ ਬੜੀਆਂ ਕੀਮਤੀ, ਇਹ ਡੂੰਘੇ ਭਾਵ ਨੇ। ਕੁਝ ਜਿਹੜਾ ਇਤਿਹਾਸ ਇਸ ਤਰ੍ਹਾਂ ਦਾ ਹੈ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।